एक ओंकार सतनाम करता पुरख। करो कृपा जी। करता पुरख निर्भय निर्वैर अकाल मूर्त अजूनी सैभं गुर प्रसाद। ज्यों बुलावे त्यों बोले स्वामी, कुदरत कौन हमारी। साध संग नानक जस गायो, जो प्रभ की आत प्यारी। साध संग नानक जस गायो, जो प्रभ की आत प्यारी। जो हमरी विदोती मेरे सतगुरा, साबिद तुम हर जानो आपे। जो हथ हम रुनते कोई बात ना पूछता, गुर सतगुर संग किए अंधारे। तन तन गुरु नानक जन केरा, जित मिले चुके सब सोग संतापे। वाहिगुरु जी का खालसा, वाहिगुरु जी की फतेह। ਇਹ ਜਿਹੜਾ ਅਸੀਂ ਪੜ੍ਹਦੇ ਆ ਨਾ, ਇੱਥੋਂ ਸ਼ੁਰੂ ਕਰ ਲਈਏ। ਧੰਨ ਧੰਨ ਗੁਰੂ, ਇੱਥੋਂ ਗੁਰੂ ਨਾਨਕ ਨਹੀਂ ਪੜ੍ਹਨਾ। ਧੰਨ ਧੰਨ ਗੁਰੂ, ਇੱਥੇ ਪੌਜ਼ ਦੇਣਾ, ਇੱਥੇ ਵਿਸ਼ਰਾਮ ਰੁਕਣਾ ਹੈ। ਧੰਨ ਧੰਨ ਗੁਰੂ ਤੇ ਅੱਗੇ ਪੜ੍ਹਨਾ ਨਾਨਕ ਜਨ ਕੇਰਾ। ਕੇਰਾ ਮਤਲਬ ਜਿਸ ਦਾ। ਧੰਨ ਉਹ ਗੁਰੂ ਹੈ, ਨਾਨਕ ਜਿਸ ਦਾ ਜਨ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਹੁਣ ਅਸੀਂ ਉਵੇਂ ਪੜਾਂਗੇ ਧੰਨ ਧੰਨ ਗੁਰੂ ਨਾਨਕ, ਤੇ ਉਹ ਅਰਥ ਹੋਰ ਬਣ ਜਾਏਗਾ ਕੁਝ ਇਸ ਤਰ੍ਹਾਂ ਬਣੇਗਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਜਿਹਦੇ ਮਿਲਣ ਨਾਲ चूके। चूके मतलब खत्म हो गए, दूर हो गए, नष्ट हो गए। चूके की खत्म हो गए गुरु मिलन नाल। सब सोग संतापे। जिन्ने भी मेरी जिंदगी विच सोग सी, ताप सी, संताप सी, ਅਸੀਂ ਪੜ੍ਹਦੇ ਹਾਂ ਤਾਪ ਸੰਤਾਪ ਸਗਲੇ ਗਏ। ਬਿਨਸੇ ਤੇ ਰੋਗ ਪਾਲ ਬ੍ਰਹਮ ਤੂੰ ਬਖਸ਼ਿਆ। ਸੰਤਨ ਰਸ ਭੋਗ ਸਰਬ ਸੁਖਾ ਤੇਰੀ ਮੰਡਲੀ। ਤੇਰਾ ਮੰਤਰ ਆਰੋਗ। ਅਸੀਂ ਇਹ ਪੜ੍ਹਦੇ ਹਾਂ। ਜਦੋਂ ਗੁਰੂ ਦੇ ਨਾਲ ਜੁੜ ਜਾਈਏ, ਗੁਰੂ ਦੇ ਨਾਲ ਸੁਰਤ ਜੁੜ ਜਾਏ, ਸ਼ਬਦ ਨਾਲ ਜੁੜ ਜਾਏ, ਤੇ ਇਹ ਘਟਨਾ ਜ਼ਿੰਦਗੀ ਵਿੱਚ ਵਾਪਰਦੀ ਹੈ। ਗੁਰੂ ਰਾਮਦਾਸ ਮਹਾਰਾਜ ਬਾਰੇ ਇੱਕ ਪੰਕਤੀ ਮੈਂ ਪੜ੍ਹੀ, ਤੁਸੀਂ ਵੀ ਪੜ੍ਹੀ ਹੈ। ਜਦੋਂ ਸ਼ਲੋਕ 12 ਤੇ ਵਧੀਕ ਆਉਂਦਾ ਨਾ, ਸ਼ਲੋਕ 12 ਤੇ ਵਧੀਕ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੇ। ਜਿਹੜੇ 12 ਦੇ ਨਾਲ ਜੋੜ ਦਿੱਤੇ ਗਏ ਉਹ ਤਾਂ ਠੀਕ ਹੈ, ਜਿਹੜੇ ਵਧੀਕ ਹੋ ਗਏ, ਵੱਧ ਗਏ, ਤੇ ਉਹ ਅਲੱਗ ਸਿਰਲੇਖ ਤੋਂ ਸ਼ਲੋਕ 12 ਤੇ ਵਧੀਕ ਕਰਕੇ ਉਹਨਾਂ ਨੇ ਦਰਜ ਕੀਤੇ ਸਤਿਗੁਰੂ ਜੀ ਨੇ, ਪੰਚਮ ਪਾਤਸ਼ਾਹ ਨੇ। ਉਹਦੇ ਵਿੱਚ ਇੱਕ ਆਖਰੀ ਜੋ ਲਾਈਨ ਹੈ, ਆਖਰੀ ਪੰਕਤੀ, ਉਹ ਆਂਦੀ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਪੜ੍ਹ ਦਿਓ ਆਪ ਜੀ, ਇੱਕ ਵਾਰ ਪੜ੍ਹੋਗੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇੱਥੇ ਸਮਾਪਤੀ ਹੋ ਜਾਂਦੀ ਹੈ ਸ਼ਲੋਕ 12 ਤੇ ਵਧੀਕ ਦੀ। ਸਮਝਣ ਵਾਲੀ ਗੱਲ ਹੈ ਥੋੜੀ ਜੀ, 2 ਮਿੰਟ ਦਿਓ। ਤੇ ਉੱਥੇ ਉਹਦਾ ਕਹਿਣ ਦਾ ਮਤਲਬ ਹੈ, ਉਸ ਪੰਕਤੀ ਦਾ ਮਤਲਬ ਹੈ ਸਤਿਗੁਰੂ ਜੀ ਦੇ ਕਹਿਣ ਦਾ, ਕਿ ਸਵਾ ਪਹਿਰ ਜਿਹੜਾ ਲਾਹੌਰ ਸ਼ਹਿਰ ਸੀ ਨਾ, ਜਿਹੜਾ ਲਾਹੌਰ ਸ਼ਹਿਰ ਸੀ ਪਾਕਿਸਤਾਨ ਵਿੱਚ, ਜਿਹੜਾ ਹੁਣ ਲਾਹੌਰ ਹੈ, ਉੱਥੇ ਸਵਾ ਪਹਿਰ ਮਤਲਬ ਸਵੇਰ ਹੁੰਦੇ ਹੀ ਜ਼ਹਿਰ ਕਹਿਰ ਵਰਤਣਾ ਸ਼ੁਰੂ ਹੋ ਜਾਂਦਾ ਸੀ। ਮਾੜੇ ਕੰਮ ਹੋਣੇ ਸ਼ੁਰੂ ਹੁੰਦੇ ਸੀ। ਲੋਕੀ ਮਾਸ ਦੀਆਂ ਦੁਕਾਨਾਂ ਤੋਂ ਮਾਸ ਖਾਂਦੇ, ਸ਼ਰਾਬਾਂ ਪੀਂਦੇ, ਉਲਟੀਆਂ ਸਿੱਧੀਆਂ ਵਿਆਪਚਾਰਾ ਕਰਦੇ। ਉਹ ਜਿਹੜਾ ਲਾਹੌਰ ਸ਼ਹਿਰ ਸੀ ਜਿੱਥੇ ਜ਼ਹਿਰ ਕਹਿਰ ਵਰਤਦਾ ਸੀਗਾ, ਉਹ ਸਵਾ ਪਹਿਰ ਸੀ ਕਹਿੰਦੇ ਆ, ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦਾ ਹੀ, ਸਵੇਰ ਹੁੰਦੇ ਹੀ ਸ਼ੁਰੂ ਹੋ ਜਾਂਦਾ ਸੀ ਇਹ ਕੰਮ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਪੰਕਤੀ ਲਿਖੀ ਹੈ, ਆਖਰੀ ਪੰਕਤੀ ਕਿਹਦੇ ਵਿੱਚ? ਸ਼ਲੋਕ 12 ਦੇ ਵਧੀਕ ਵਿੱਚ। ਉਹ ਨਾਲ ਹੀ ਲਿਖਿਆ ਮਹਿਲਾ ਤੀਜਾ, ਨਾਲ ਕੀ ਲਿਖਿਆ? ਮਹਿਲਾ ਤੀਜਾ। ਕਿਹੜੇ ਸਤਿਗੁਰੂ ਦੀ ਬਾਣੀ ਹੋਈ? ਗੁਰੂ ਅਮਰਦਾਸ ਜੀ। ਉੱਥੇ ਲਿਖਿਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਸਮਝਣਾ ਇਸ ਗੱਲ ਨੂੰ ਕੀ ਮਤਲਬ ਹੈ। ਅਸੀਂ ਹੁਣ ਤੱਕ ਕੀ ਕਰਦੇ ਰਹੇ ਅਰਥ ਇਹਨਾਂ ਦੇ,
ਕਿ ਜਿਹੜਾ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਉਹ ਸਿਫਤੀ ਦਾ ਘਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਸਿਫਤੀ ਦਾ ਘਰ ਹੈ, ਉਹ ਕੋਈ ਗੱਲ ਨਹੀਂ। ਲੇਕਿਨ ਇਹ ਜੋ ਪੰਕਤੀ ਕਹਿ ਰਹੀ ਹੈ, ਉਸ ਪੰਕਤੀ ਵਿੱਚ ਲਿਖਿਆ ਹੈ ਲਾਹੌਰ ਸ਼ਹਿਰ, ਪਹਿਲੇ ਲਿਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇੱਥੇ ਲਿਖਿਆ ਮਹਿਲਾ ਤੀਜਾ ਨਾਲ ਹੀ ਕਰਕੇ ਤੁਸੀਂ ਪੜੋਗੇ ਨਾਲ ਹੀ 1400 ਅੰਕ ਤੇ ਹੈਗਾ, 1400 ਕੁਝ ਅੰਕ ਤੇ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਪਹਿਲੇ ਜੋ ਲਾਹੌਰ ਸ਼ਹਿਰ ਜ਼ਹਿਰ ਕਹਿਰ ਸੀ ਉਹ ਗੁਰੂ ਰਾਮਦਾਸ ਦੇ ਆਗਮਨ ਨਾਲ ਸਿਫਤੀ ਦਾ ਘਰ ਬਣ ਗਿਆ। ਇਹ ਲਾਹੌਰ ਸ਼ਹਿਰ ਅੰਮ੍ਰਿਤਸਰ, ਜਿਹੜਾ ਲਾਹੌਰ ਸ਼ਹਿਰ ਸੀ ਉਹ ਅੰਮ੍ਰਿਤ ਦਾ ਸਰੋਵਰ ਬਣ ਗਿਆ, ਸਰ ਬਣ ਗਿਆ, ਜਦੋਂ ਕਿ ਉੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ। ਸਮਝ ਲਈ ਗੱਲ? ਦੁਬਾਰਾ ਦੱਸਿਆ ਇੱਕ ਵਾਰੀ। ਜਿਹੜਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਜਿੱਥੇ ਵਰਤਾ ਸੀ ਸਵਾ ਪੈਰ, ਉਹ ਗੁਰੂ ਰਾਮਦਾਸ ਜੀ ਦੇ ਆਗਮਨ ਨਾਲ, ਗੁਰੂ ਰਾਮਦਾਸ ਜੀ ਦੇ ਆਉਣ ਨਾਲ ਲਾਹੌਰ ਸ਼ਹਿਰ ਅੰਮ੍ਰਿਤਸਰ, ਲਾਹੌਰ ਸ਼ਹਿਰ ਅੰਮ੍ਰਿਤਸਰ ਬਣ ਗਿਆ। ਅੰਮ੍ਰਿਤਸਰ ਦਾ ਮਤਲਬ ਇਹ ਹੁਣ ਅੰਮ੍ਰਿਤਸਰ ਜਿਹੜਾ ਹੈਗਾ ਸ਼ਹਿਰ, ਕਿਉਂਕਿ ਤੁਸੀਂ ਕਹੋਗੇ ਇਹ ਕਿਸ ਤਰ੍ਹਾਂ ਨਹੀਂ ਪ੍ਰੂਵ ਹੁੰਦਾ, ਕਿਉਂਕਿ ਜਦੋਂ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ ਸੀ ਤਾਂ ਤੇ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਸੀ ਨਹੀਂ। ਅੰਮ੍ਰਿਤਸਰ ਨਾਮ ਤੇ ਕਦੋਂ ਪਿਆ? ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਪਾਇਆ, ਤੇ ਇਹ ਤੇ ਬਾਣੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਹੈ। ਤੇ ਅਗਰ ਅੰਮ੍ਰਿਤਸਰ ਉਸ ਬਾਰੇ ਲਿਖਿਆ ਹੁੰਦਾ ਤੇ ਉਸ ਟਾਈਮ ਤੇ ਅੰਮ੍ਰਿਤਸਰ ਨਾਮ ਹੀ ਨਹੀਂ ਸੀ ਉਸ ਜਗ੍ਹਾ ਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਅੰਮ੍ਰਿਤਸਰ ਜਿਹੜਾ ਹੈ ਉਹ ਸਿਫਤੀ ਦਾ ਘਰ ਨਹੀਂ ਹੈ, ਮੈਂ ਇਹ ਨਹੀਂ ਕਹਿ ਰਿਹਾ। ਸਿਫਤੀ ਦਾ ਘਰ ਕਿਹਨੂੰ ਕਹੋਗੇ? ਜਿਹੜੀ ਚੀਜ਼ ਜਿਹੜੇ ਘਰ ਵਿੱਚ ਮਿਲਦੀ ਹੈ ਉਹਨੂੰ ਕਹਿੰਦੇ ਨੇ ਇਸ ਘਰ ਵਿੱਚ, ਕੋਈ ਕਹਿੰਦੇ ਨੇ ਇਹ ਘਰ ਤੇ ਇਹਦੇ ਪੈਸੇ ਦਾ ਘਰ ਹੈ, ਜਿੱਥੇ ਉੱਥੇ ਬਹੁਤ ਪੈਸਾ ਆਉਂਦਾ ਸੀ ਕਹਿੰਦੇ ਪੈਸੇ ਦਾ ਘਰ ਹੈ। ਕੋਈ ਕਹਿੰਦੇ ਕਿਸੇ ਨੂੰ ਬੜੇ ਸੁੱਖ ਨੇ, ਕਹਿੰਦੇ ਤੇ ਸੁੱਖਾਂ ਦਾ ਘਰ ਹੈ। ਕਿਸੇ ਨੂੰ ਬੜੇ ਦੁੱਖ ਨੇ, ਅਸੀਂ ਕਹਿੰਦੇ ਦੁੱਖਾਂ ਦਾ ਘਰ ਹੈ, ਕਹਿੰਦੇ ਨਾ। ਤੇ ਉੱਥੇ ਕੀ ਹੋਇਆ? ਲਾਹੌਰ ਸ਼ਹਿਰ ਵਿੱਚ ਕੀ ਹੋਣ ਲੱਗੀਆਂ? ਹੁਣ ਸਿਫਤਾਂ ਹੋਣ ਲੱਗੀਆਂ। ਹੁਣ ਕਿਹਦੀਆਂ? ਪਰਮਾਤਮਾ ਦੀਆਂ, ਗੁਰੂ ਰਾਮਦਾਸ ਜੀ ਦੀਆਂ ਨੇ ਸਿਫਤਾਂ। ਉਹਨਾਂ ਦੇ ਆਉਣ ਨਾਲ ਹੀ ਐਸਾ ਮਾਹੌਲ ਬਣ ਗਿਆ। ਕਿਸੇ ਦਾ ਨਾ ਔਰਾ ਇਹੋ ਜਿਹਾ ਹੁੰਦਾ, ਔਰਾ ਸਮਝਦੇ ਹੋ? ਪ੍ਰਭਾਵ ਸਮਝ ਲਓ, ਸਿੱਧੀ ਭਾਸ਼ਾ ਵਿੱਚ ਪ੍ਰਭਾਵ ਇਹੋ ਜਿਹਾ ਹੁੰਦਾ। ਕੋਈ ਇਹੋ ਜਿਹੀ ਸ਼ਖਸੀਅਤ ਹੁੰਦੀ ਹੈ ਜਿਹਦੇ ਸਾਹਮਣੇ ਤੁਸੀਂ ਬੈਠਦੇ ਹੋ ਨਾ, ਗੁਰੂ ਤੋਂ ਉੱਚੀ ਇਹੋ ਜਿਹੀ ਕੋਈ ਸ਼ਖਸੀਅਤ ਨਹੀਂ ਹੈ। ਜਦੋਂ ਗੁਰੂ ਰਾਮਦਾਸ, ਅਜੇ ਉਹ ਗੁਰੂ ਬਣੇ ਨਹੀਂ ਨੇ, ਲੇਕਿਨ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਕਿਉਂਕਿ ਉਹ ਦੇਹ ਇੰਨੀ ਪਵਿੱਤਰ ਹੈ। ਮੈਂ ਨਹੀਂ ਕਹਿ ਰਿਹਾ ਕਿ ਦੇਹ ਦੀ ਪੂਜਾ ਕਰੋ, ਮੈਂ ਨਹੀਂ ਕਹਿ ਰਿਹਾ ਕਿਉਂਕਿ ਸਰੀਰ ਦੇ ਪਿੱਛੇ ਭੱਜੋ, ਲੇਕਿਨ ਉਹ ਦੇਹ ਇੰਨੀ ਪਵਿੱਤਰ ਹੈ, ਦੇਹ ਇੰਨੀ ਪਾਵਨ ਹੈ, ਦੇਹ ਇੰਨੀ ਮਹਾਨ ਹੈ ਕਿ ਉਹ ਦੇਹ ਦੇ ਆਗਮਨ ਨਾਲ ਹੀ ਉੱਥੇ ਕੀ ਹੋਇਆ? ਔਰ ਜਿਹੜਾ ਲਾਹੌਰ ਸ਼ਹਿਰ ਜਿੱਥੇ ਜ਼ਹਿਰ ਕਹਿਰ ਸਵਾ ਪੈਰ ਵਰਦਾ ਸੀ, ਉਹ ਕੀ ਬਣ ਗਿਆ? ਸਿਫਤੀ ਦਾ ਘਰ ਬਣ ਗਿਆ। ਉਹ ਅੰਮ੍ਰਿਤ ਸਰੋਵਰ ਬਣ ਗਿਆ। ਉੱਥੇ ਸਿਫਤਾਂ ਹੋਣ ਲੱਗ ਪਈਆਂ ਪਰਮਾਤਮਾ ਦੇ ਨਾਮ ਦੀਆਂ, ਸਿਰਫ ਉਹਨਾਂ ਦੇ ਆਗਮਨ ਨਾਲ ਹੀ। ਅਜੇ ਉਹ ਜੋ ਬਾਅਦ ਚੋਂ ਹੋਇਆ ਸਭ ਕੁਝ ਤੁਸੀਂ ਜਾਣਦੇ ਹੋ, ਸਾਰੀ ਉਹਨਾਂ ਨੇ ਘੁੰਗੜੀਆਂ ਵੇਚੀਆਂ। ਮੈਂ ਦੇਖੋ ਇਹ ਜਿਹੜੀ ਸ਼ਖਸੀਅਤ ਹੈ ਨਾ, ਇਹਨਾਂ ਨੂੰ ਤੁਸੀਂ ਇਹ ਘੁੰਗੜੀਆਂ ਨਾਲ ਨਾ ਸਿਰਫ ਤੋਲਿਆ ਕਰੋ ਕਿ ਵੀ ਘੁੰਗੜੀਆਂ ਵੇਚੀਆਂ ਤੇ ਕੋਈ ਕਹਿੰਦਾ ਯਤੀਮ ਹੋ ਗਏ। ਇਹ ਸ਼ਬਦ ਵਰਤਨੇ ਗੁਰੂ ਰਾਮਦਾਸ ਮਹਾਰਾਜ ਵਾਸਤੇ ਕੋਈ ਜਾਇਜ਼ ਨਹੀਂ? ਮੈਨੂੰ ਦੱਸੋ। ਉਹ ਜਿਹੜਾ ਸਭ ਦਾ ਹੀ ਮਾਲਿਕ ਹੈ ਸੰਸਾਰ ਦਾ, ਉਹਨੂੰ ਤੁਸੀਂ ਯਤੀਮ ਕਹਿੰਦੇ ਹੋ? ਮੈਨੂੰ ਨਹੀਂ ਪਤਾ, ਤੁਸੀਂ ਨਹੀਂ ਕਹਿੰਦੇ, ਕੋਈ ਹੋਰ ਕਹਿੰਦਾ ਹੋਵੇਗਾ, ਲੇਕਿਨ ਮੈਂ ਸੁਣਿਆ ਕਈ ਵਾਰੀ ਵੀਡੀਓ 'ਚ ਬਈ ਐਵੇਂ ਕਹਿੰਦੇ ਨੇ। ਗੁਰੂ ਰਾਮਦਾਸ ਬਾਰੇ ਇਹ ਗੱਲ ਕਹਿਣੀ ਵੀ ਉਹਨਾਂ ਨੇ ਮਾਤਾ ਪਿਤਾ ਦਾ ਸਾਇਆ ਉੱਠ ਗਿਆ। ਅਰੇ ਮਾਂ ਪਿਓ ਕਹਿੰਦੇ ਨੇ ਸਭਨਾ ਦਾ ਮਾਂ ਪਿਓ ਆਪ ਹੈ। ਸਾਡਾ ਤੇ ਮਾਂ ਪਿਓ ਹੈ ਹੀ ਗੁਰੂ ਗ੍ਰੰਥ ਸਾਹਿਬ, ਜਿਹਦਾ ਕਦੀ ਸਾਇਆ ਉੱਠ ਹੀ ਨਹੀਂ ਸਕਦਾ। ਹਰ ਕੀ ਨਾਰ ਸੋ ਸਰਬ ਸੁਹਾਗਨ, ਪੜੋਗੇ? ਹਰ ਕੀ ਨਾਰ ਸੋ ਸਰਬ ਸੁਹਾਗਨ। ਜਿਹੜੀ ਹਰੀ ਦੀ ਨਾਰ ਹੈ, ਜਿਹੜੀ ਪਰਮਾਤਮਾ ਨੇ ਨਾਲ ਪਿਆਰ ਕਰ ਬੈਠੀ, ਆਪੇ ਸਾਰੀਆਂ ਕੌਣਾ ਸੀ? ਜੀਵ ਰੂਪੀ ਇਸਤਰੀਆਂ। ਰਾਂਡ ਨਾ ਮੈਲੇ ਵੇਸੈ, ਜਿਹੜੀ ਹਰ ਦੀ ਨਾਰ ਹੈ ਉਹ ਕਦੀ ਉਹਦਾ ਮੈਲਾ ਵੇਸ ਹੋਣਾ ਹੀ ਨਹੀਂ ਕਦੀ, ਕਿਉਂਕਿ ਪਤੀ ਨੇ ਮਾਰਨਾ ਨਹੀਂ ਕਦੀ। ਪਤੀ ਕਿਹਨੂੰ ਬਣਾਇਆ? ਪਰਮਾਤਮਾ ਨੂੰ, ਗੁਰੂ ਨੂੰ। ਪਤੀ ਬਣਾਇਆ ਸ਼ਬਦ ਨੂੰ। ਜਿਹੜੀ ਸੁਰਤ ਨੇ ਪਤੀ ਸ਼ਬਦ ਨੂੰ ਬਣਾਇਆ, ਉਹਨੇ ਕਦੀ ਰਾਣ ਹੋਣਾ ਹੀ ਨਹੀਂ, ਕਿਉਂਕਿ ਉਹਦੇ ਪਤੀ ਨੇ ਕਦੀ ਮਰਦੇ ਨਹੀਂ, ਕਿਤੇ ਜਾਣਾ ਹੀ ਨਹੀਂ। ਉਹ ਜਿਹੜੇ ਉਸ ਨਾਲ ਜੁੜ ਗਏ, ਨਾ ਉਹ ਮਰੇ, ਇਹ ਉਹਨਾਂ ਦੀ ਗੱਲ ਹੋ ਰਹੀ ਹੈ। ਜਿਹੜੇ ਉਸ ਨਾਲ ਜੁੜ ਗਏ ਉਹ ਵੀ ਨਹੀਂ ਮਰਦੇ, ਨਾ ਉਹ ਮਰੇ, ਨਾ ਠਾਗੇ ਜਾਏ। ਕੌਣ? ਜਿਨਕੇ ਰਾਮ ਵਸੈ ਮਨ, ਜਿਨ੍ਹਾਂ ਦੇ ਮਨ ਵਿੱਚ ਰਾਮ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ, ਉਹ ਵੀ ਨਹੀਂ ਮਰਦੇ। ਤੇ ਉਹਦੀ ਤੇ ਗੱਲ ਹੀ ਛੱਡ ਦੋ, ਉਹ ਤੇ ਨਾ ਆਵੇ ਨਾ ਜਾਏ। ਸਤਿਗੁਰੂ ਮੇਰਾ ਸਦਾ ਨਾ ਆਵੇ ਨਾ ਜਾਏ, ਨਾ ਉਹ ਆਂਦਾ ਨਾ ਜਾਂਦਾ। ਹੁਣ ਤੁਸੀਂ ਕਹੋਗੇ ਇਹ ਜਦੋਂ ਉਹ ਆਂਦਾ ਜਾਂਦਾ ਨਹੀਂ ਹੈ, ਥੋੜੀ ਸਮਝਣ ਵਾਲੀ ਗੱਲ ਹੈ। ਇੱਕ ਵਾਰ ਆਖੋਗੇ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰੀ ਫਿਰ ਸਤਨਾਮ ਸ੍ਰੀ ਵਾਹਿਗੁਰੂ। ਆਂਦਾ ਨਹੀਂ ਜਾਂਦਾ ਨਹੀਂ ਤੇ ਫਿਰ ਇਹ ਤੁਸੀਂ ਆਗਮਨ ਪੁਰਬ ਕਿਦਾਂ ਮਨਾ ਰਹੇ ਹੋ?
ਜਦੋਂ ਹੈ ਨਾ ਬਾਣੀ ਲਿਖਿਆ ਨਾ ਜੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਜਦੋਂ ਆਂਦਾ ਹੀ ਨਹੀਂ ਤੇ ਫਿਰ ਤੁਸੀਂ ਹੁਣ ਕਹ ਜੀ ਆਗਮਨ ਪੁਰਬ ਹੈ, ਤੇ ਫਿਰ ਆਗਮਨ ਪੁਰਬ ਕਿਦਾਂ? ਹਿਸਾਬ ਨਾਲ ਦੇਖਿਆ ਜਾਏ ਤੇ ਆਗਮਨ ਪੁਰਬ ਕੋਈ ਨਹੀਂ ਹੈ। ਅਸੀਂ ਦੇਹ ਕਰਕੇ ਆਗਮਨ ਪੁਰਬ ਮਨਾ ਰਹੇ ਹਾਂ ਵੀ ਉਹ ਜਿਹੜੀ ਦੇਹ ਸੀ ਸੰਸਾਰ ਵਿੱਚ ਉਸ ਦਿਨ ਆਈ ਹੋਣੀ। ਅਗਰ ਤੁਹਾਨੂੰ ਕੋਈ ਦੱਸਣ ਵਾਲਾ ਹੋਵੇ ਤੇ ਕਹੇਗਾ ਵੀ 1500 ਇੰਨੇ ਸੰਨ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਔਰ ਇਤਨੇ ਸੰਨ ਦੇ ਵਿੱਚ ਜੋਤੀ ਜੋਤ ਸਮਾ ਗਏ, ਤੇ ਨਾ ਤੇ ਉੱਥੇ ਬਾਣੀ ਕਹਿ ਰਹੀ ਨਾ ਆਵੇ ਨਾ ਜਾਏ, ਤੇ ਅਸੀਂ ਉਹਨਾਂ ਦਾ ਆਗਮਨ ਵੀ ਮਨਾ ਰਹੇ ਹਾਂ ਤੇ ਫਿਰ ਜੋਤੀ ਜੋਤੀ ਮਨਾਉਂਦੇ ਹਾਂ। ਅਗਰ ਤੁਸੀਂ ਗੁਰਮਤਿ ਦੀ ਪੂਰੀ ਕਸੌਟੀ ਵੇਖੋ, ਇਹ ਸਭ ਨੂੰ ਗੱਲ ਸਮਝ ਨਹੀਂ ਆਣੀ। ਤੇ ਇੱਕ ਮੈਂ ਕਿਸੇ ਨੂੰ ਕਹਿ ਰਿਹਾ ਸੀ ਵੀਰ ਜੀ ਨੂੰ, ਉਹ ਕਹਿੰਦਾ ਸਾਡੀ ਸਮਝ ਇਹ ਗੱਲਾਂ ਨਹੀਂ ਆਉਂਦੀਆਂ। ਸਾਫ਼ ਕਹਿਤਾ ਉਹਨਾਂ ਨੇ, ਇਮਾਨਦਾਰੀ ਹੈ, ਕੋਈ ਗੱਲ ਨਹੀਂ, ਸਭ ਨੂੰ ਨਹੀਂ ਆਣੀ, ਲੇਕਿਨ ਜਿਹੜੇ ਅਭਿਆਸੀ ਨੇ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਜਦੋਂ ਆਣੇ ਹੀ ਨਹੀਂ ਕਿਸੇ ਨੇ, ਜਾਣੇ ਨਾ ਆਵੇ ਨਾ ਜਾਏ, ਨਾ ਉਹਨੇ ਆਣਾ ਨਾ ਜਾਣਾ, ਤੇ ਫਿਰ ਅਸੀਂ ਆਗਮਨ ਕਾਹਦਾ ਮਨਾ ਰਹੇ ਹਾਂ ਤੇ ਜੋਤੀ ਜੋਤ ਕਾਹਦਾ ਮਨਾ ਰਹੇ ਹਾਂ। ਫਿਰ ਅਸੀਂ ਕਹਿੰਦੇ ਹਾਂ ਕਿ ਮਹਾਰਾਜ ਅੱਜ ਵੀ ਬੈਠੇ ਨੇ, ਜੋ ਜੋਤੀ ਜੋਤ ਸਮਾ ਗਏ ਤੇ ਅੱਜ ਕਿਸ ਤਰ੍ਹਾਂ ਬੈਠੇ ਨੇ? ਫਿਰ ਜਾਂ ਤੇ ਜੋਤੀ ਜੋਤ ਸਮਾ ਗਏ ਤੇ ਜਾਂ ਅੱਜ ਬੈਠੇ ਨੇ। ਇੱਕੋ ਗੱਲ ਹੋ ਸਕਦੀ ਦੋਵਾਂ ਚੋਂ ਇੱਕੋ ਹੀ ਗੱਲ ਹੋਏਗੀ, ਜਾਂ ਤੇ ਸਾਹਮਣੇ ਬੈਠੇ ਹੋਣਗੇ ਜਾਂ ਜੋਤੀ ਜੋਤ ਸਮਾ ਗਏ ਹੋਣਗੇ। ਤੇ ਅਸੀਂ ਇਹ ਮੰਨ ਕੇ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਨੇ, ਕਾਲਜ ਆਪਣੇ ਤੇ ਹਾਰ ਵੀ ਚੜਾਇਆ। ਕੀ ਮੰਨਦੇ ਹਾਂ ਅਸੀਂ ਕਿ ਉਹ ਹਾਜ਼ਰ ਨਾਜ਼ਰ ਨਹੀਂ ਹੈਗੇ, ਤਾਂ ਹੀ ਤੇ ਹਾਰ ਚੜਾਇਆ ਜੀ ਅਸੀਂ। ਤੁਸੀਂ ਕਿਸੇ ਜਿੰਦੇ ਬੰਦੇ ਦੀ ਫੋਟੋ ਤੇ ਹਾਰ ਚੜਾਉਂਦੇ ਹੋ ਕਦੀ? ਮੈਨੂੰ ਦੱਸੋ। ਨਹੀਂ। ਤੁਹਾਡੇ ਘਰੋਂ ਕੋਈ ਬੰਦਾ ਜਿੰਦਾ ਹੋਵੇ, ਸਰੀਰ ਕਰਕੇ ਹਾਜ਼ਰ ਹੋਵੇ, ਤੁਹਾਡੇ ਪਿਤਾ ਜੀ, ਦਾਦਾ ਜੀ, ਪੜਦਾਦਾ ਜੀ, ਉਹਨਾਂ ਦੀ ਫੋਟੋ ਤੇ ਹਾਰ ਚੜਦਾ ਹੈ ਜੋ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਇਸ ਲਈ ਹੁੰਦਾ ਜੀ, ਤੇ ਅਸੀਂ ਗੁਰੂ ਸਾਹਿਬ ਦੀ ਫੋਟੋ ਕਰ ਲਗਾਈਏ ਤਾਂ ਉੱਤੇ ਹਾਰ ਚੜਾਇਆ, ਇਹਦਾ ਮਤਲਬ ਕੀ ਸਮਝਦੇ ਹਾਂ ਅਸੀਂ? ਨਹੀਂ ਹੈ ਕਿ ਉਹ ਨਹੀਂ ਹੈਗੇ ਨਾ, ਅਸੀਂ ਤਾਂ ਇਹੀ ਸਮਝਦੇ ਹਾਂ ਨਾ। ਤੇ ਸਾਡੀ ਇਹ ਮਾਨਸਿਕਤਾ ਹੈ ਵੀ ਗੁਰੂ ਸਾਹਿਬ ਹੁਣ ਸੰਸਾਰ ਤੋਂ ਚਲੇ ਗਏ ਨੇ, ਤੇ ਇਹ ਕੌਣ ਨੇ? ਨਾਲੇ ਕਹਿੰਦੇ ਜਾਗਦੇ ਗੁਰੂ, ਇਸ ਕਰਕੇ ਸੰਸਾਰ ਦਾ ਭਲਾ ਨਹੀਂ ਹੋ ਰਿਹਾ, ਕਿਸੇ ਗੁਰੂ ਮੰਨ ਨਹੀਂ ਰਹੇ। ਨਾਲੇ ਕਹਿੰਦੇ ਪ੍ਰਗਟ ਗੁਰਾਂ ਕੀ ਦੇ, ਨਾਲੇ ਕਹਿੰਦੇ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ। ਇਹ ਤਾਂ ਮੂੰਹ ਤੋਂ ਬੋਲੀ ਜਾ ਰਿਹਾ ਹੈ, ਤੇ ਫਿਰ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਦ ਰੱਤਾ ਮਾਇਆ। ਤੇ ਮੂੰਹ ਤੋਂ ਕਹਿਣ ਵਾਲੀਆਂ ਗੱਲਾਂ ਹੋ ਗਿਆ ਨਾ, ਮੈਂ ਮੂੰਹ ਤੋਂ ਬੋਲ ਦਿਆ, ਤੁਸੀਂ ਕੰਨਾਂ ਤੋਂ ਸੁਣ ਲਿਆ, ਤੇ ਇਹ ਪਾਉਣ ਕੀ ਬਾਣੀ ਹੋ ਗਈ, ਬਸ ਇਹ ਗੱਲ ਚੱਲ ਪਈ। ਤੇ ਅਸਲ ਵਿੱਚ ਤੇ ਜਿਹੜੇ ਮਨ ਨੇ ਇੱਥੇ ਜੁੜਨਾ ਸੀ, ਲੱਗਣਾ ਸੀ, ਜਿਹਨੇ ਮਨ ਨੇ ਇਹ ਗੱਲ ਸਮਝਣੀ ਸੀ, ਉਹਨੇ ਤੇ ਇਹ ਗੱਲ ਨਾ ਸਮਝੀ ਨਾ ਕਿ ਅਸੀਂ ਕਿਹਨੂੰ ਹਾਰ ਚੜਾ ਰਹੇ ਹਾਂ, ਕਿਹਨੂੰ ਮਾਲਾ ਚੜਾ ਰਹੇ ਹਾਂ। ਦੱਸੋ, ਫੋਟੋ ਕਿਸੇ ਤੇ ਹਾਰ ਚੜਾਉਂਦੇ ਹਾਂ ਅਸੀਂ? ਦੱਸੋ, ਜਿਹੜਾ ਮਰਿਆ ਹੁੰਦਾ। ਤੇ ਅਸੀਂ ਗੁਰੂ ਸਾਹਿਬ ਨੂੰ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਤੇ ਹਾਰ ਚੜਾਇਆ ਜਾਂ ਗੁਰੂ ਰਾਮਦਾਸ ਦੀ ਫੋਟੋ ਤੇ ਹਾਰ ਚੜਾਇਆ, ਅਸੀਂ ਕੀ ਮੈਸੇਜ ਦਿੱਤਾ? ਕਿ ਸਾਡੇ ਮਨ ਵਿੱਚ ਕੀ ਚੱਲ ਰਿਹਾ? ਨਹੀਂ ਹੈ ਕਿ ਉਹ ਨਹੀਂ ਹੈਗੇ ਨੇ। ਦੱਸੋ, ਜਿਹੜਾ ਗੁਰੂ ਨਹੀਂ ਹੈ, ਜਿਹਨੂੰ ਅਸੀਂ ਕਹਿ ਰਹੇ ਹਾਂ ਹੈ ਹੀ ਨਹੀਂ ਹੁਣ। ਇਹ ਸਾਡੀ ਛੋਟੀ ਸੋਚ, ਮਾਨਸਿਕਤਾ ਦੀ ਗੱਲ ਹੈਗੀ ਹੈ। ਗੁਰੂ ਸਾਡੇ ਉੱਤੇ ਮਿਹਰ ਕਰੇ। ਉਹ ਗੁਰੂ ਰਾਮਦਾਸ ਦੀਆਂ ਸਿਫਤਾਂ ਕਹਿਣ ਦਾ ਕੋਈ ਅੰਤ ਹੀ ਨਹੀਂ ਹੈ। ਛੁਟਕ ਪ੍ਰਵਾਹ ਪੜੋਗੇ, ਪੰਕਤੀਆਂ ਬੜੀਆਂ ਪਿਆਰੀਆਂ ਪੰਕਤੀਆਂ ਨੇ। ਛੁਟਕ ਪ੍ਰਵਾਹ ਅੰਮ੍ਰਿ ਅਮਰਾ ਪਦ, ਬੋਲ ਦੋ ਸਾਰੇ, ਰਸਨਾ ਪਵਿੱਤਰ ਹੁੰਦੀ ਹੈ। ਤੁਸੀਂ ਬੋਲੋ ਬੱਚੇ, ਛੋਟੋ ਬੋਲੋ, ਸਾਰੇ ਬੋਲੋ। ਛੋਟਕ ਪ੍ਰਵਾਹ ਅੰਮ੍ਰਿ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਕਿਹਦੀ ਗੱਲ ਹੋ ਰਹੀ ਹੈ? ਗੁਰੂ ਰਾਮਦਾਸ ਦੀ। ਸਦਾ ਭਰਿਆ ਸਰੋਵਰ ਹੈ, ਸਦਾ ਭਰਿਆ ਸਰੋਵਰ ਹੈ। ਕੌਣ? ਗੁਰੂ ਰਾਮਦਾਸ। ਕਿੱਥੇ ਨੇ? ਉਹ ਸਾਹਮਣੇ ਬੈਠੇ ਨੇ, ਇੱਥੇ ਵਿਰਾਜਮਾਨ। ਤੇ ਸਦ ਭਰਿਆ ਦਾ ਮਤਲਬ ਆਲਵੇਜ਼, ਹਮੇਸ਼ਾ। ਮਤਲਬ ਇਹ ਨਹੀਂ ਕਿ ਅੱਜ ਹੈ ਤੇ ਕੱਲ ਨਹੀਂ ਹੋਏਗਾ, ਜਾਂ ਪਰਸੋਂ ਸੀ ਤੇ ਕੱਲ ਨਹੀਂ ਸੀ, ਐਵੇਂ ਨਹੀਂ ਹੈ। ਉਹ ਸਦ ਭਰਿਆ ਹਮੇਸ਼ਾ। ਭਰਿਆ ਕਿਸ ਤੋਂ? ਮੋਤੀਆਂ ਨਾਲ, ਹੀਰਿਆਂ ਨਾਲ, ਗਹਿਣਿਆਂ ਨਾਲ, ਲਾਲਾਂ ਨਾਲ। ਸਦ ਭਰਿਆ ਗੁਣਾਂ ਦਾ ਸਰੋਵਰ ਹੈ, ਗੁਣਾਂ ਦਾ। ਉਹਦੇ ਅੰਦਰ ਭਰਪੂਰ ਗੁਣ ਨੇ। ਤੇ ਉਹਦੇ ਜਿਹੜੇ ਸਰੋਵਰ ਚੋਂ ਜਿਹੜੇ ਅੰਮ੍ਰਿਤ ਪੀਂਦੇ ਨੇ, ਉਹ ਕੌਣ ਨੇ? ਅੱਗੇ ਲਿਖਿਆ ਹੈ, ਤੇ ਪੀਵੇਂ ਸੰਤ, ਤੇ ਪੀਵੇਂ ਸੰਤ ਕਰੇ ਮਨ ਮੱਜਣ, ਉਬ ਜਿਨੋਂ ਸੇਵਾ ਕਰੀਆ, ਉਬ ਜਿਨੋਂ ਸੇਵਾ ਕਰੀਆ। ਜਿਨ੍ਹਾਂ ਨੇ ਪੂਰਬਲੇ ਜਨਮ ਵਿੱਚ, ਪੂਰਬਲੇ ਸਮੇਂ ਦੇ ਵਿੱਚ ਸੇਵਾ ਕੀਤੀ, ਉਹਨਾਂ ਨੂੰ ਹੁਣੇ ਫਲ ਮਿਲਿਆ। ਉਹ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ ਉਸ ਅੰਮ੍ਰਿਤ ਸਰੋਵਰ ਚੋਂ, ਭਰੇ ਹੋਏ ਚਸ਼ਮੇ ਚੋਂ, ਭਰੇ ਹੋਏ ਅੰਮ੍ਰਿਤ ਸਰੋਵਰ ਚੋਂ ਉਹ ਅੰਮ੍ਰਿਤ ਜਲ ਪੀਂਦੇ ਨੇ। ਉਹ ਕੀ ਹੈ ਜੀ? ਬਾਣੀ। ਉਹ ਕੀ ਹੈ ਜੀ? ਨਾਮ। ਉਹ ਕੀ ਹੈ ਜੀ? ਸ਼ਬਦ। ਉਹ ਕੀ ਹੈ ਜੀ? ਅੰਮ੍ਰਿਤ। ਇਹ ਜਿਹੜਾ ਅੰਮ੍ਰਿਤ ਭਰਿਆ, ਇਹ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦਾ ਸਰੋਵਰ ਹੈ। ਹੁਣ ਜਦੋਂ ਰਾਮਦਾਸ ਗੁਰੂ ਸਾਹਿਬ ਦੀ ਗੱਲ ਹੋ ਰਹੀ ਹੈ, ਤੇ ਕਿਹਦੀ ਗੱਲ ਹੋ ਰਹੀ ਹੈ? ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ। ਇੱਕੋ ਹੀ ਗੱਲ ਹੈ ਨਾ, ਕੋਈ ਫਰਕ ਤਾਂ ਨਹੀਂ ਹੈ ਜੀ ਕਿਸੇ ਨੂੰ ਲੱਗਦਾ।
ਵੀ ਅੱਜ ਗੁਰੂ ਰਾਮਦਾਸ ਜੀ ਬੈਠੇ ਹੁੰਦੇ, ਕਈ ਐਵੇਂ ਕਹਿੰਦੇ ਨੇ, ਮੈਨੂੰ ਇੱਕ ਵੀਰ ਮਨ ਮਿਲਿਆ ਕਹਿਣ ਲੱਗਾ ਅੱਜ ਹੁੰਦੇ ਗੁਰੂ ਰਾਮਦਾਸ ਜੀ ਤੇ। ਮੈਂ ਕਿਹਾ ਅੱਜ ਹੁੰਦੇ ਦਾ ਕੀ ਮਤਲਬ ਹੈ? ਅੱਜ ਹੁੰਦੇ ਦਾ ਕੀ ਮਤਲਬ ਹੈ? ਮਤਲਬ ਅੱਜ ਨਹੀਂ ਨੇ, ਵੈਸੇ ਕਹਿ ਰਹੇ ਹਾਂ। ਫਿਰ ਉਹੀ ਗੱਲ ਆ ਗਈ, वैसे ਅਸੀਂ हाथ जोड़ के रोजाना पढ़ रहे हैं प्रगट गुरा की दे जो प्रभ को मिल पहुंचा है खोज शब्द मैले, ਤੇ ਅਸੀਂ ਇਹ ਕੀ ਪਖੰਡ ਕਰ ਰਹੇ ਹਾਂ। ਫਿਰ ਸ਼ਬਦ ਵਿੱਚ ਖੋਜੋ ਨਾ, ਚੁੱਕੋ ਦੇ ਸਿਰ ਰੁਮਾਲਾ, ਸ਼ਬਦ ਵਿੱਚ ਖੋਜੋ, ਖੋਜੀਏ ਇੱਕ ਵਾਰੀ, ਪਤਾ ਲੱਗੇ ਕੀ ਖੋਜਣਾ ਹੈਗਾ, ਕਿਹਨੂੰ ਖੋਜਣਾ ਹੈਗਾ? ਪ੍ਰਭੂ ਨੂੰ, ਜੋ ਪ੍ਰਭ को मिल पहुंच है। ਜੇ ਪ੍ਰਭੂ ਨੂੰ ਮਿਲਣਾ ਚਾਹਨਾ ਹੈ, ਜੇ ਪ੍ਰਭ को मिल पहुंच है, पर प्रभु ਨੂੰ ਮਿਲਣਾ ਹੀ ਕੋਈ ਨਹੀਂ ਚਾਹੁੰਦਾ। ਸਿੱਧੀ ਜੀ ਗੱਲ ਹੈ ਕਿ ਪ੍ਰਭੂ ਨੂੰ ਕਿਵੇਂ ਮਿਲਣਾ ਹੈ? ਆਪਣੇ ਮਸਲੇ ਨਹੀਂ ਮੁੱਕਦੇ, ਹੋਰ ਘਰ-ਬਾਰ ਦੇ ਰੋਟੀ ਪਾਣੀ ਦੇ ਮਸਲੇ ਨੇ, ਕੋਈ ਬਿਜਲੀ ਦੇ ਬਿੱਲ ਭਰਨੇ ਨੇ ਕਿਸੇ ਨੇ, ਉਹ ਕਹਿੰਦਾ ਮੈਨੂੰ ਇੰਨੇ ਕੰਮ ਨੇ, ਤੂੰ ਕਹਿ ਰਿਹਾ ਅੱਜ ਇਤਵਾਰ ਹੀ ਮਿਲਦਾ, ਮਸਾ ਛੁੱਟੀ ਹੁੰਦੀ ਹੈ, ਤੇ ਤੁਸੀਂ ਕਹਿੰਦੇ ਜੀ ਸੰਗਤ ਵਿੱਚ ਆ ਜਾਓ। ਇੰਨੇ ਕੰਮ ਹੁੰਦੇ ਨੇ ਘਰ ਵਿੱਚ, ਸਾਰੇ ਘਰ ਹੁੰਦੇ ਨੇ, ਘਰ ਵਿੱਚ ਨਾਸ਼ਤਾ ਬਣਾਉਣਾ ਹੁੰਦਾ ਹੈ, ਰੋਟੀ ਪਕਾਉਣੀ ਹੁੰਦੀ ਹੈ, ਦੁਪਹਿਰ ਦਾ ਸੋਚਣਾ ਹੁੰਦਾ ਹੈ, ਤੁਸੀਂ ਕਹਿੰਦੇ ਸੰਗਤ ਵਿੱਚ ਆ ਜਾਓ। ਤੇ ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾ ਮਾਵੇ। ਜੇ ਤੁਸੀਂ ਇਹ ਆ ਕੇ ਇੱਥੇ ਮੱਥਾ ਟੇਕੋਗੇ, ਹਰੀ ਦੇ ਨਾਲ ਮਿਲਣੇ ਵਾਸਤੇ ਆਓਗੇ, ਸੰਗਤ ਵਿੱਚ ਆ ਕੇ ਬੈਠੋਗੇ, ਸੋ ਸੁਖ ਅੰਕ ਨਾ ਮਾਵੇ। ਇੰਨਾ ਸੁਖ ਪ੍ਰਗਟ ਹੋਏਗਾ ਅੰਦਰੋਂ ਜਿਹੜਾ ਸਮਾਏਗਾ ਨਹੀਂ ਅੰਦਰ। ਸੁੱਖਾਂ ਦਾ ਖਜ਼ਾਨਾ ਹੈ ਗੁਰੂ ਰਾਮਦਾਸ ਮਹਾਰਾਜ, ਜਿਹਦੇ ਆਪਾਂ ਪੜ੍ਹ ਰਹੇ ਸੀਗੇ, ਛੁਟਕ ਪ੍ਰਵਾਹ ਅੰਮੇ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੇਂ ਸੰਤ ਕਰੇ ਮਨ ਮੱਜਨ, ਕਰੇ ਮਨ ਮੱਜਨ। ਮਨ ਨੂੰ ਨਵਾਣਾ, ਇੱਥੇ ਮਨ ਨੂੰ ਨਵਾਣਾ। ਹੁਣ ਮਨ ਹਾਜ਼ਰ ਹੋਣਾ ਚਾਹੀਦਾ, ਧਿਆਨ ਰੱਖਣਾ। ਮਨ ਕਿੱਥੇ ਉੱਡ ਕੇ ਚਲਾ ਗਿਆ ਤੇ ਫਿਰ ਮਨ ਦਾ ਮੱਜਨ ਨਾ ਹੋਇਆ ਤੇ ਫਿਰ ਗੁਰੂ ਰਾਮਦਾਸ ਦਾ ਪੁਰਬ ਮਨਾਇਆ ਸਫਲ ਨਹੀਂ ਹੋਣਾ। ਤੇ ਪੀਵੇਂ ਸੰਤ ਕਰੇ ਮਨ ਮੱਜਨ, ਉਪਜਿਨੋ ਸੇਵਾ ਕਰਿਆ, ਤਿਨ ਭਉ ਨਿਵਾਰ ਅਨਪੈ ਪਦ ਦੀਨਾ। ਤੇ ਉਹਨਾਂ ਨੇ ਜਿਨ੍ਹਾਂ ਨੇ ਪੀਤਾ, ਉਹਨਾਂ ਨੂੰ ਕੀ ਦਾਤ ਮਿਲੀ? ਉਹਨਾਂ ਦੇ ਡਰ ਦੂਰ ਕਰਤੇ, ਉਹਨਾਂ ਨੂੰ ਨਿਰਭਉ ਬਣਾਤਾ, ਕਿਉਂਕਿ ਆਪ ਨਿਰਭਉ ਹੈ ਨਾ। ਤਿਨ ਭਉ ਨਿਵਾਰ ਅਨਪੈ ਪਦ ਦੀਨਾ। ਕਿਸ ਤਰ੍ਹਾਂ ਕੀਤਾ ਤੁਸੀਂ ਗੁਰੂ ਰਾਮਦਾਸ ਜੀ? ਸ਼ਬਦ ਮਾਤਰ ਤੇ ਉਦਰ ਧਰੇ। ਉਹਨਾਂ ਨੂੰ ਸ਼ਬਦ ਸੁਣਾ ਕੇ ਉਦਾਰ ਕੀਤਾ। ਉਹਨਾਂ ਦਾ ਸ਼ਬਦ ਨਾਲ ਦੇਖਣਾ, ਧਿਆਨ ਕਰਨਾ, ਸ਼ਬਦ ਦੇ ਬਿਨਾਂ ਉਦਾਰ ਨਹੀਂ ਜੇ। ਤੁਸੀਂ ਕਹੋ ਮੈਂ ਹੱਥੇ ਮੌੜੀਆਂ ਬਣ ਲਾਂ, ਤੁਸੀਂ ਕਹੋ ਮੈਂ ਕੁਝ ਹੋਰ ਪਖੰਡ ਕਰ ਲਾਂ, ਤੁਸੀਂ ਕਹੋ ਮੈਂ ਜੋਤਾਂ ਜਗਾ ਲਾਂ, ਨਾ ਨਾ ਨਾ, ਕਿਸੇ ਗੱਲ ਨਾਲ ਨਹੀਂ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਸ਼ਬਦ ਮਾਤਰ ਤੇ ਉਦਰ ਧਰੇ। ਕੇਵਲ ਮਾਤਰ ਦਾ ਕੀ ਮਤਲਬ ਸਮਝਦੇ ਹੋ? ਮਾਤਰ ਕੀ? ਕੇਵਲ ਸ਼ਬਦ ਮਾਤਰ, ਕੇਵਲ ਸ਼ਬਦ। ਸਾਡਾ ਗੁਰੂ ਸ਼ਬਦ ਹੈ, ਇਸ ਕਰਕੇ ਸ਼ਬਦ ਦੀ ਛੋਹ ਮਿਲਿਆ ਉਦਾਰ ਹੋਏਗਾ। ਜੇ ਤੁਸੀਂ ਵੀ ਗੁਰੂ ਰਾਮਦਾਸ ਵਰਗੇ ਬਣ ਸਕਦੇ ਹੋ, ਬਣਨਾ ਚਾਹੁੰਦੇ ਹੋ, ਤੇ ਸ਼ਬਦ ਮਾਤਰ ਤੇ ਉਦਰ ਧਰੇ। ਇੱਕੋ ਤਰੀਕਾ ਹੈ, ਕੇਵਲ ਸ਼ਬਦ ਨਾਲ ਛੋਹ ਹੋ ਜਾਏ, ਸੁਰਤ ਤੇ ਸ਼ਬਦ ਦਾ ਮਿਲਾਪ ਹੋ ਜਾਏ, ਸ਼ਬਦ ਤੇ ਸੁਰਤ ਇੱਕ ਹੋ ਜਾਏ। ਹੋਰ ਕੋਈ ਪਖੰਡ, ਸੰਸਾਰ ਦੇ ਲੋਕ ਬੜੇ ਪਖੰਡ ਕਰਦੇ ਨੇ, ਸੰਸਾਰ ਦੇ ਲੋਕ ਬੜੇ ਪਖੰਡ ਕਰਦੇ ਨੇ। ਗੁਰੂ ਸਾਹਿਬ ਨੇ ਇੱਥੇ ਪਖੰਡ ਤੋਂ ਵਰਜਿਤ ਕੀਤਾ। ਉਹਨਾਂ ਨੇ ਕਿਹਾ ਕਰਮ ਧਰਮ ਪਾਖੰਡ ਜੋ ਦੀਸੈ, ਕਰਮ ਧਰਮ ਪਾਖੰਡ ਜੋ ਦੀਸੈ। ਜੋ ਵੀ ਦਿਸਦਾ ਹੈ ਉਹ ਸਭ ਕੌਣ ਲੁੱਟ ਕੇ ਲੈ ਜਾਏਗਾ? ਜਮ ਜਗਾਤੀ ਲੁੱਟ ਹੈ। ਜਮ ਜਗਾਤੀ ਕਹਿੰਦੇ ਨੇ ਟੈਕਸ, ਜਗਾਤ ਨਹੀਂ ਜਗਾਤ ਕਹਿੰਦੇ ਨੇ। ਜਿਵੇਂ ਤੁਸੀਂ ਟੋਲ ਨਹੀਂ ਦਿੰਦੇ, ਟੋਲ ਪੇ ਕਰਦੇ ਹੋ, ਟੈਕਸ ਪੇ ਕਰਦੇ ਹੋ, ਉਹਨੂੰ ਜਗਾਤ ਕਹਿੰਦੇ ਨੇ। ਬੰਬੇ ਜਾਓ ਨਾ, ਉੱਥੇ ਜਗਾਤ ਲਿਖਿਆ ਹੁੰਦਾ। ਤਿੰਨ ਜਮ ਜਗਾਤੀ ਲੁੱਟ ਹੈ। ਜਿਹੜਾ ਤੁਸੀਂ ਇਹ ਕਰਮ ਧਰਮ ਕਰ ਰਹੇ ਹੋ, ਫਿਰ ਮਹਾਰਾਜ ਕੀ ਕਰੀਏ? ਕਰਮ ਧਰਮ ਨਹੀਂ ਕਰਨਾ, ਇਹ ਨਹੀਂ ਕਰਨਾ, ਕਿਉਂਕਿ ਉਹ ਸਰਬੰ ਕਰਮੰਗ ਸਰਬੰ ਧਰਮੰਗ, ਉਹ ਮਾਲਿਕ ਹੈ ਕਰਮਾਂ ਧਰਮਾਂ ਦਾ। ਲੇਕਿਨ ਇਹਨਾਂ ਕਰਮਾਂ ਧਰਮਾਂ ਦੀ ਗੱਲ ਕਿਹਨਾਂ ਦੀ ਹੋ ਰਹੀ ਹੈ? ਇਹ ਜਿਹੜੇ ਅਸੀਂ ਦਿਖਾਵਾ, ਪਖੰਡ, ਜੋਤਾਂ ਜਗਾਣੀਆਂ, ਤੂਫਾਂ ਤੁਖਾਣੀਆਂ, ਸਿਰਫ ਇਹ ਫੋਟੋਆਂ ਅੱਗੇ ਮੱਥੇ ਟੇਕਣੇ, ਸ਼ਬਦ ਨੂੰ ਛੋੜ ਕੇ ਜਿਹੜੇ ਵੀ ਕੰਮ ਕਰਦੇ ਨੇ ਸ਼ਬਦ ਦੀ। ਫਿਰ ਮਹਾਰਾਜ ਜੀ ਕੀ ਕਰੀਏ? ਕਹਿੰਦੇ ਫਿਰ ਨਿਰਵਾਣ ਕੀਰਤਨ ਗਾਓ, ਨਿਰਵਾਣ ਕੀਰਤਨ ਗਾਓ ਕਰਤੇ ਕਾ। ਹੁਣ ਕੀਰਤਨ ਵਿੱਚ ਕੀ ਆਉਂਦਾ? ਕੀਰਤਨ ਕਿਹਦਾ ਕਰੋਗੇ? ਕਰਤੇ ਦਾ। ਤੇ ਉਹ ਕੀਰਤਨ ਵਿੱਚ ਕੀ ਗਾਓਗੇ? ਸ਼ਬਦ ਗਾਓਗੇ ਨਾ, ਹਰੀ ਦੇ ਗੁਣ ਗਾਵਾਂਗੇ, ਸ਼ਬਦ ਗਾਵਾਂਗੇ। ਤੇ ਸ਼ਬਦ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਸ਼ਬਦ ਦੀ ਛੋਹ ਨਾਲ ਆਪਣੀ ਸੁਰਤ ਨੂੰ ਛੂਹਨੇ ਆ, ਸ਼ਬਦ ਨਾਲ ਛੂਹਨੇ ਆ ਸੁਰਤ ਨੂੰ, ਉਹਦਾ ਮਤਲਬ ਹੈ ਨਿਰਵਾਣ ਕੀਰਤਨ ਗਾਓ ਕਰਤੇ ਕਾ। ਕਿੰਨੀ ਪਾਵਰ ਹੈ ਉਹਦੇ ਚ। ਮਹਾਰਾਜ ਅਸੀਂ ਸਮਝਦੇ ਸੀ ਕਿ ਤੂਫਾਨ ਤੁਫਾਨ ਦੀ ਬੜੀ ਪਾਵਰ ਹੈ, ਆਪਾਂ ਸਮਝਦੇ ਸੀ ਕਿ ਵਰਤ ਰੱਖਣ ਦੀ ਬੜੀ ਪਾਵਰ ਹੈ, ਆਪਾਂ ਸਮਝਦੇ ਸੀ ਕਿ ਸ਼ਰਾਧ ਕਰਨ ਦੀ ਬੜੀ ਪਾਵਰ ਹੈ, ਆਪਾਂ ਸਮਝਦੇ ਸੀ ਕਿ ਜਿਹੜੇ ਇਹ ਸੰਸਾਰ ਦੇ ਕੰਮ ਲੋਕੀ ਕਰਦੇ ਨੇ
ਉਹਦੇ 'ਚ ਬੜੀ ਪਾਵਰ ਹੈ। ਕਹਿੰਦੇ ਨਹੀਂ ਨਹੀਂ ਨਹੀਂ, ਉਹ ਪਾਵਰ ਸਾਰੀ ਇਹਦੇ ਵਿੱਚ ਹੈ ਜਿੱਥੇ ਨਿਮਕ ਸਿਮਰਤ ਜਿਤ ਛੁੱਟੇ। ਨਿਮਕ ਸਿਮਰਤ ਇਹਦਾ ਮਤਲਬ ਛੁੱਟੇ ਨਹੀਂ ਅਗਰ ਤੇ ਅਸੀਂ ਨਿਮਕ ਵੀ ਸਿਮਰਨ ਨਹੀਂ ਕੀਤਾ ਅੱਜ ਤੱਕ, ਇਹਦਾ ਮਤਲਬ ਤੇ ਹੋਇਆ। ਬਾਣੀ ਤਾਂ ਸਾਨੂੰ ਇਹ ਕਹਿੰਦੇ ਨਿਮਕ ਦਾ ਕੀ ਮਤਲਬ ਹੋਇਆ ਜੀ? ਨਿਮਕ ਦਾ ਮਤਲਬ ਇੱਕ ਪਲ ਸਮਝ ਲਓ, ਸਿੱਧੀ ਜੀ ਗੱਲ ਹੈ। ਕਹਿੰਦੇ ਨੇ ਜਿੰਨੀ ਦੇਰ ਅੱਖ ਚਪਕਾਉਂਦੇ ਆ ਨਾ ਅਸੀਂ ਉਹਨੂੰ ਨਿਮਕ ਕਹਿੰਦੇ ਆ। ਅੱਖ ਚਪਕਾਈ ਨਾ ਐਵੇਂ ਦੇਖੋ, ਅੱਖ ਚਪਕਾਈ, ਚਪਕਾਓ ਸਾਰੇ, ਅੱਖ ਚਪਕਾਓ ਪੂਰੀ ਚਪਕਾਓ, ਐਵੇਂ ਕਰਕੇ ਚਪਕਾਈ ਅੱਖ, ਇਹ ਨਿਮਕ ਹੋ ਗਿਆ। ਅਗਰ ਇੰਨੀ ਚਿਰ ਵੀ ਸਿਮਰਨ ਕਰ ਲਿਆ ਉਹਦਾ ਤੇ ਛੁਟਕਾਰਾ। ਗੁਰੂ ਕਹਿ ਰਹੇ ਇੱਕ ਬਾਰ ਜਿਨ ਤੁਮੇ ਸੰਭਾਰਾ, ਸੰਭਾਰਾ मतलब याद ਕੀਤਾ, इतने संभालना मतलब याद करना। एक बार जिन तुम्हें संभारा की होएगा जी? एक बार, एक बार, एक चित जय एक छिन ध्यायो काल। एक चित सिर्फ कितना जा, एक छिन सिर्फ, ज्यादा करने की लोड़ ही नहीं पैंदी। एक चित जी इन्ना भर दिंदा है, इतना भर दिंदा है, इतना भर दिंदा है एक चित दे विच ही, फिर अगे जाने की लोड़ ही नहीं। ਜਦੋਂ ਉਹਦੇ ਕੋਲ ਉਹਦੇ ਭੰਡਾਰ ਬਹੁਤ ਨੇ ਨਾ ਤੇ ਉਹਦਾ ਤੇ ਇੱਕ ਚਿੱਤ ਦਰਸ਼ਨ ਹੀ ਬੜਾ। ਤਾਂ ਉਹਨਾਂ ਨੇ ਕਿਹਾ ਇੱਕ ਪੌੜੀ ਦਰਸ਼ਨ ਦੀਜੇ। ਮੈਂ ਪੁੱਛਿਆ ਭਗਤ ਜੀ ਨੂੰ ਇੱਕ ਵਾਰੀ, ਮੈਂ ਕਿਹਾ ਤੁਸੀਂ ਇੱਕ ਪੌੜੀ ਦਰਸ਼ਨ ਮੰਗਦੇ ਹੋ ਰਾਜ ਜਾਓਗੇ? ਕਹਿੰਦੇ ਨੇ ਉਹ ਪਤਾ ਨਾ ਇੱਕ ਪੌੜੀ ਵਾਸਤੇ ਆਂਦਾ ਤੇ ਫਿਰ ਜਾਂਦਾ ਹੀ ਨਹੀਂ ਹੋ। ਸਖੀ बोलोगे सखी वस आया फिर छोड़ ना जाई, ए रीत भली भगवंते, ये भगवंत दी परमेश्वर दी रीत है। एक सुभाव हो जाए, रीत का मतलब सुभाव होता है। रीत इहदी सुभाव हो जाए कि जदों एक बारी वस विच आ गया ना, एक बारी वो दोस्ती हो गई तो फिर वो इहो जिहे संसारी दोस्तां वांग नहीं है कि छोड़ जाएगा कल नूं। संसारी रिश्तेदार वांग नहीं है कि छोड़ जाएगा, संसारी लोगों वांग नहीं है कि धोखा दे देगा। वो जो एक बार बांह फटा तो फिर वो छड़ता नहीं, फिर उधर फिर छोड़ी ना छूटे तोड़ी ना टूटे ऐसी माधो खिंच खिंच तनी। क्योंकि बांह उन्हें फड़ी होती है ना तो उसका फड़ना बड़ा मजबूत होता है। एक बार फड़ ले बांह किसी दी फिर नहीं छोड़ता, फिर नहीं छोड़ता। एक ये रीत भली तुसी उत्थे गए थे ना, वो तुसी पढ़दे हो ਜਦੋਂ ਗਏ ਪੰਡਤ ਜੀ ਸਾਰੇ ਮਿਲ ਕੇ, ਪੰਡਿਤ ਕਿਰਪਾ ਰਾਮ ਜੀ ਮਿਲ ਕੇ ਗਏ ਉੱਥੇ ਅਨੰਦਪੁਰ ਸਾਹਿਬ ਤੇ ਕਿਹਨੂੰ ਕਿਹਾ, ਕਿਹਦੇ ਕੋਲ ਗਏ? ਗੁਰੂ ਤੇਗ ਬਹਾਦਰ ਸਾਹਿਬ ਕੋਲ ਗਏ ਤੇ ਬੇਨਤੀ ਕੀਤੀ ਤੇ ਉਹਨਾਂ ਨੇ ਕਿਹਾ ਉੱਥੇ ਲਿਖਿਆ ਨਾ ਸ਼ਬਦ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਸਿਰ ਦੇ ਦਿੰਦਾ ਆਪਣਾ ਉਹਨਾਂ ਦੀ, ਜਿਨ੍ਹਾਂ ਨੇ ਇੱਕ ਵਾਰੀ ਉਹਨੇ ਕਹਿਤਾ, ਇੱਕ ਵਾਰੀ ਪ੍ਰੋਮਿਸ ਕਰਤਾ ਤੁਸੀਂ ਜਾਓ ਹੁਣ ਮੈਂ ਤੁਹਾਡੇ ਨਾਲ ਆ, एक बार कहता फिर सिर देना पै गया लेकिन बांह नहीं छड़ी। कोई और रीत अज भी है, ये थोड़ी कि उस टाइम सी अज नहीं है, अज भी है। लेकिन कोई बांह ते फड़ावे, ਅਸੀਂ ਬਾਹਾਂ ਫੜਾਈਆਂ ਸੰਸਾਰ ਨੂੰ, ਅਸੀਂ ਬਾਹਾਂ ਫੜਾਈਆਂ ਹੋਰ ਲੋਕਾਂ ਨੂੰ, ਅਸੀਂ ਆਸਰੇ ਤੱਕਦੇ ਹਾਂ ਹੋਰ ਲੋਕਾਂ ਦੇ, ਅਸੀਂ ਸੰਸਾਰ ਦੇ ਆਸਰੇ ਤੱਕਦੇ ਹਾਂ। पर हुणी पढ़ के हटे हो मानव की टेक बिरथी सब जान, देवन को एक है भगवान जिसके दिए रहे लगाए, बहुत ना तृष्णा लागे आए। पता भी है, पढ़ भी रहे फिर वही काम कर रहे हैं। ये थोड़ी जी मिस्टेक साडे होंदी है, इस करके सानू बार-बार संगत विच करन दा हुक्म हुंदा है गुरु साहब दा भी बार-बार संगत विच आओ, बार-बार संगत विच आओ। इस करके कहते हैं बार-बार प्रभु जपी, इस करके कहते हैं पी अमृत ए मन तन तृप्ति है। अगर तृपण है, अगर तृप्त होना है, तृपणा मतलब तृप्त होना, अगर तृप्त होना है तो ये अमृत पी के अमृत सरोवर सद भरिया, अमृत सरोवर सद भरिया दे पीवे संत करे मन मज्जन, पुब जिनो सेवा करिया तिन पौन निवार अन पै पद दीना, शब्द मात्र ते उदर तरे कव कल ठकर हरदास तने। कल नाम है पट साहब का, गुरु ग्रंथ साहब महाराज दे विच किन्ने पटां दी बाणी है जी? 11 पटां दी बाणी है। पट साहिबान जिहड़े ने उन्हां दे भागे दा उदय होया, भागे दा उदय होया। राजे संसारिक राजियां वास्ते गांदे सन, संसारिक राजियां दी उस्तत करदे सन। ये जिहड़े 11 पट ने सतगुर ने सीस ते हथ रखिया, उन्हां ने जिहड़ी उस्तत की वो केवल ते केवल गुरु साहब की की। उन्होंने सीस ते उन्होंने बाणी दर्ज हो गई, नाम आया ना जिवें इत्थे असीं नाम पढ़ रहे हैं कब कल जिहड़ा वो पट दा नाम है। जिवें तुसीं पढ़दे हो ना सो कहो
टल गुर सेविए, टल भट्ट साहब का नाम है, टल जो नाम है, ठीक है। एवें असीं पढ़ते हैं मथुरा जिन अमृत नाम पियो, मथुरा भट्ट साहब का नाम है। एवें सल कल टल एवें नाम आंदे ने। एवें भगत कीरत एक अरदास पाठ कीरत पाठ जिहड़ा है, कीरत पाठ जिहड़ा असीं हुणी तुसीं पढ़ रहे सो हुणी, एक अरदास पाठ कीरत की गुरु रामदास राखो शरणाई। पढ़ांगे सारे मिलके, एक बार पढ़ो। गुरु रामदास राखो शरणाई, गुरु रामदास राखो शरणाई, गुरु रामदास राखो शरणाई, गुरु रामदास राखो शरणाई। एक मिनट दिओ मनु, ਅਸੀਂ ਪੜਿਆ ਬੜੀ ਵਾਰੀ ਹੈ। ਇੱਕ ਵਾਰੀ ਇਕਾਗਰ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵ ਕੇ ਬਿਲਕੁਲ ਕਨਸੈਂਟਰੇਟ ਕਰਕੇ ਫੀਲ ਕਰਕੇ ਮਹਿਸੂਸ ਕਰਕੇ ਕਿ ਸਤਿਗੁਰੂ ਜੀ ਸਾਡੇ ਸਾਹਮਣੇ ਵਿਰਾਜਮਾਨ ਨੇ ਤੇ ਅਸੀਂ ਸਾਰੇ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਪਿਆ। ਇਹ ਘੜੀਆਂ ਸਫਲ ਹੋ ਜਾਣ ਸਤਿਗੁਰੂ ਜੀ, ਬੜੇ ਤੁਸੀਂ ਕਿਰਪਾ ਕੀਤੀ ਹੈ, ਸਤ ਸੰਗਤ ਵਿੱਚ ਲੈ ਕੇ ਆਉਂਦੇ ਹੋ। ਕੋਈ ਐਸੀ ਘੜੀ ਕੋਈ ਐਸਾ ਪਲ ਜ਼ਿੰਦਗੀ ਵਿੱਚ ਆ ਜਾਏ, ਇਹ ਸਾਰਾ ਜੀਵਨ ਸਫਲ ਹੋ ਜਾਏ। ਇੱਕ ਪਲ ਦੀ ਲੋੜ ਹੈਗੀ। ਆਓ ਸਾਰੇ ਐਵੇਂ ਪੜੋ ਵਜਤ ਵਿੱਚ ਆ ਕੇ ਕਿ ਜਿਵੇਂ ਸਤਿਗੁਰੂ ਜੀ ਸਾਹਮਣੇ ਵਿਰਾਜਮਾਨ ਨੇ, ਵਿਰਾਜਮਾਨ ਤੇ ਹੈ ਹੀ ਨੇ ਤੇ ਵਿਰਾਜਮਾਨ ਨੇ, ਉਹਨੂੰ ਮਹਿਸੂਸ ਕਰਕੇ ਪੜੋ। ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ, ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਬੜੇ ਬਰਕਤਾਂ ਨੇ ਸਤਿਗੁਰੂ ਜੀ ਦੇ। ਕਵ ਕਲ ਠੱਕਰ ਹਰਦਾਸ ਤਨੇ, ਕੀ ਕਹਿਣ ਲੱਗੇ? ਕਵ ਕਵੀ ਆਪਣੇ ਆਪ ਨੂੰ ਕਿਹਾ ਕਲ ਮਤਲਬ ਕਲ ਸਰ ਪੜਦਾ ਨਾਮ ਸੀ, ਕਲ ਸ਼ੌੜੇ ਲਿਖਿਆ। ਕਵ ਕਲ ਠੱਕਰ ਹਰਦਾਸ ਤਨੇ, ਠੱਕਰ ਹਰਦਾਸ ਕਿਹਦਾ ਨਾਮ ਸੀ? ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ। ਤੇ ਹਰਦਾਸ ਤਨੇ ਕਹਿੰਦੇ ਨੇ ਬੇਟੇ ਨੂੰ, ਪੁੱਤਰ ਨੂੰ। ਤੇ ਹਰਦਾਸ ਜੀ ਦੇ ਪੁੱਤਰ ਜੀ ਗੁਰੂ ਰਾਮਦਾਸ ਜੀ। ਕਵ ਕਲ ਠੱਕਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਭਰੇ। ਜਿੰਨੇ ਵੀ ਖਾਲੀ ਹਿਰਦੇ ਨਾ, ਜਿੰਨੇ ਵੀ ਖਾਲੀ ਹਿਰਦੇ ਨੇ, ਕਿਸ ਤੋਂ ਖਾਲੀ? ਪ੍ਰੇਮ ਤੋਂ ਖਾਲੀ। ਜਿਹੜੇ ਵੀ ਪ੍ਰੇਮ ਤੋਂ ਖਾਲੀ ਹਿਰਦੇ ਨੇ, ਉਹ ਸਭ ਨੂੰ ਤੁਸੀਂ ਭਰਨ ਵਾਲੇ ਹੋ, ਕਿਉਂਕਿ ਤੁਸੀਂ ਅੰਮ੍ਰਿਤ ਦੇ ਸਰੋਵਰ ਹੈਗੇ ਹੋ। ਤੁਸੀਂ ਅੰਮ੍ਰਿਤ ਦੇ ਸਰੋਵਰ। ਔਰ ਇਹ ਧਿਆਨ ਰੱਖਣਾ, ਇਹ ਜਿਹੜੀ ਅੱਜ ਦੀ ਜਿੰਨੀ ਵੀ ਵਿਚਾਰ ਹੈਗੀ ਨਾ, ਇਹਦੇ ਵਿੱਚੋਂ ਆਪਾਂ ਇੱਕ ਗੱਲ ਲੈ ਜਾਈਏ ਕਿ ਗੁਰੂ ਨਾ ਤੇ ਆਂਦਾ ਤੇ ਨਾ ਜਾਂਦਾ। ਆਂਦਾ ਕੀ ਹੈ ਤੇ ਜਾਂਦਾ ਕੀ ਹੈ? ਸਰੀਰ ਜਿਹੜਾ ਉਹ ਆਂਦਾ। ਗੁਰੂ ਰਾਮਦਾਸ ਜੀ ਨਾ ਕਦੀ ਆਏ ਨਾ ਕਦੀ ਜਾਣਗੇ। ਗੁਰੂ ਨਾਨਕ ਸਾਹਿਬ ਨਾ ਕਦੀ ਆਏ ਨਾ ਕਦੀ ਜਾਣਗੇ। ਜੇ ਕਿੱਥੇ ਲਿਖਿਆ ਨਾ ਕਲ ਤਾਰਨ ਗੁਰੂ ਨਾਨਕ ਆਇਆ, ਤੁਸੀਂ ਕਹਿੰਦੇ ਆਇਆ ਲਿਖਿਆ, ਤੇ ਉਹ ਸਰੀਰ ਦੀ ਗੱਲ ਹੋ ਰਹੀ। ਸਰੀਰ ਸ਼ਬਦ ਤਾਂ ਹਮੇਸ਼ਾ ਵਿਆਪਕ ਹੈ, ਕਿਉਂਕਿ ਗੁਰੂ ਨਾਨਕ ਸ਼ਬਦ ਹੈ, ਗੁਰੂ ਰਾਮਦਾਸ ਸ਼ਬਦ ਹੈ। ਸ਼ਬਦ ਕਦੀ ਆਉਂਦਾ ਨਹੀਂ। ਜਿਹੜਾ ਗੁਰੂ ਹੈ ਸਾਡਾ ਉਹ ਸ਼ਬਦ ਹੈ। ਇਸ ਤੋਂ ਵੀ ਪਤਾ ਲੱਗ ਜਾਏਗਾ ਕਿ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ, ਕਿਉਂਕਿ ਸਰੀਰ ਆਉਂਦਾ ਹੈ। ਕਿਉਂਕਿ ਅਗਰ ਇਹ ਪੱਕੀ ਗੱਲ ਹੈ, ਸਤਿਗੁਰੂ ਨੇ ਬਾਣੀ ਲਿਖਿਆ ਜੋ ਆਇਆ ਸੋ ਚੱਲ ਸੀ। ਜਿਹੜਾ ਆਇਆ ਉਹਨੇ ਜਾਣਾ ਹੀ ਜਾਣਾ ਹੈ, ਕਿਉਂਕਿ ਸਰੀਰ ਆਇਆ ਤਾਂ ਸਰੀਰ ਨੇ ਇੱਕ ਦਿਨ ਜਾਣਾ ਹੀ ਹੈ। ਸ਼ਬਦ ਨਾ ਤੇ ਆਉਂਦਾ ਤੇ ਨਾ ਜਾਂਦਾ। ਅਗਰ ਅਸੀਂ ਸਾਰੀ ਵਿਚਾਰ ਚੋਂ ਇੰਨੀ ਵਿਚਾਰ ਪੜ ਲਈਏ
कि गुरु रामदास जी जो कि अमृत दे भरे हुए सरोवर ने, उन्होंने तुहाड़ियां चोलियां हर पक्षों भरियां ने, हर पक्षों भरियां ने। उन्होंने कभी किसी दी इत्थे आके जो मस्तक रखता है, मनो एक गुरसिख नाल मुलाकात होंदी सी, हुण ते ओ संसार विच शरीर करके नहीं ने। वो कहंदे सी मनो कि इत्थे जब तुसीं हथ रखदे हो ना, ਜਦੋਂ ਇੱਥੇ ਹੱਥ ਰੱਖ ਦਿਓ ਤੇ ਐਵੇਂ ਮੱਥਾ ਟੇਕ ਦਿਓ। ਕੁਦਰਤ ਅਸੀਂ ਕੀ ਕਰਦੇ ਆ ਇੱਥੇ, ਐਵੇਂ ਐਵੇਂ ਹੱਥ ਰੱਖਦੇ ਹਾਂ ਨਾ, ਇਹ ਐਵੇਂ ਕਰਦਾ, ਕੋਈ ਐਵੇਂ ਕਰਦਾ, ਜਿਵੇਂ ਮਰਜ਼ੀ ਕਰੇ, ਤੇ ਐਵੇਂ ਮੱਥਾ ਥੱਲੇ ਲਗਾਉਂਦਾ ਹੈ। ਤੇ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਔਰ ਕਿੱਥੇ ਹੋਰ ਜਾ ਕੇ ਮੱਥਾ ਨਹੀਂ ਟੇਕਦਾ, ਕੀ ਕਿਹਾ ਮੈਂ, ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਕਿਤੇ ਹੋਰ ਜਾ ਕੇ ਮੱਥਾ ਨਹੀਂ ਟੇਕਦਾ, ਉਹ ਜਦੋਂ ਇੱਥੇ ਚੁੱਕਦਾ ਨਾ, ਉਹਦੇ ਮਸਤਕ ਦੀਆਂ ਔਰ ਹੱਥ ਦੀਆਂ ਲਕੀਰਾਂ ਬਦਲਦੀਆਂ ਨੇ। ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੰਨਾ ਸਮਰਥ ਗੁਰੂ ਹੈ, ਇੰਨੀ ਸ਼ਖਸੀਅਤ ਹੈ, ਇੰਨੀ ਪਾਵਰ ਹੈ। ਅਸੀਂ ਆਪਣੇ ਹਮੇਸ਼ਾ ਮੈਂ ਗੱਲ ਕਰਨਾ, ਅਸੀਂ ਆਪਣੇ ਗੁਰੂ ਨੂੰ ਅੰਡਰ ਐਸਟੀਮੇਟ ਕੀਤਾ ਹੈ। ਅਸੀਂ ਇਸ ਕਰਕੇ ਹੋਰ ਥਾਵਾਂ ਤੇ ਜਾ ਕੇ ਮੱਥੇ ਟੇਕਦੇ ਹਾਂ, ਹੋਰ ਲੋਕਾਂ ਨੂੰ ਜਾ ਕੇ ਮਿਲਦੇ ਹਾਂ, ਹੋਰਾਂ ਕੋਲ ਜਾ ਕੇ ਅਸੀਂ ਵਿਚਾਰਾਂ ਪੁੱਛਦੇ ਹਾਂ। ਜਿਹਦੇ ਘਰ ਜਾ ਕੇ ਘਰ ਸਭ ਕੁਛ ਹੈ ਭਾਈ, ਨਾਨਕ ਭਰੇ ਭੰਡਾਰ, ਜਿਹਦੇ ਘਰ ਸਭ ਕੁਝ ਹੋਵੇ। ਤੁਸੀਂ ਆਪਣੇ ਪਿਓ ਦੇ ਘਰ ਸਾਰਾ ਕੁਝ ਹੈਗਾ ਤੇ ਜਾ ਕੇ ਤੁਸੀਂ ਪੜੋਸੀਆਂ ਕੋਲ ਮੰਗਣ ਜਾਓ ਤੇ ਤੁਹਾਨੂੰ ਕੋਈ ਸਿਆਣਾ ਆਖੇਗਾ। ਜੇ ਆਪਣੇ ਘਰ ਸਭ ਕੁਝ ਹੈ, ਆਪਣੇ ਪਿਓ ਦੇ ਘਰ ਸਭ ਕੁਝ ਹੈਗਾ, ਘਰ ਤਾਂ ਤੇਰੇ ਪਰਦੇ ਵੀ ਹੋ, ਸਭ ਘਰ ਤਾਂ ਤੇਰੇ ਸਭ ਕੁਝ ਹੈ, ਜਿਸ ਦੇ ਪਾਵੇ ਤੇ ਮੰਗਣ ਵਾਲੇ ਬਣੋ ਤੇ ਦੇਣ ਵਾਸਤੇ ਬੈਠਾ, ਉਹ ਤਿਆਰ ਮੁਨਾਫ ਨਹੀਂ ਕਰਦਾ ਹੈ। ਕਿ ਦਾਤਾ ਹੈ ਕਿਹਦੇ ਵਾਸਤੇ, ਮੈਨੂੰ ਦੱਸੋ। ਜੇ ਦਾਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ, ਗੁਰੂ ਰਾਮਦਾਸ ਕੋਲ, ਤੇ ਕਿਹਦੇ ਵਾਸਤੇ ਨੇ, ਬੱਚਿਆਂ ਵਾਸਤੇ, ਆਪਣੇ ਤੁਹਾਡੇ ਵਾਸਤੇ ਨੇ ਨਾ। ਜਿਹੜੇ ਇੱਥੇ ਆਉਂਦੇ ਨੇ ਉਹਦੇ ਕੋਲ, ਉਹਨਾਂ ਵਾਸਤੇ ਨੇ ਨਾ। ਜੇ ਤੁਸੀਂ ਘਰ ਵਿੱਚ ਕੁੱਤਾ ਪਾਲਿਆ ਹੁੰਦਾ, ਉਹਨੂੰ ਭੁੱਖਾ ਰੱਖ ਦਿਓ। ਇੱਕ ਘਰ ਵਿੱਚ ਕੁੱਤਾ ਪਾਲਿਆ ਹੋਵੇ, ਉਹਨੂੰ ਭੁੱਖਾ ਰੱਖ ਦਿਓ, ਉਹਨੂੰ ਵੀ ਰੋਟੀ ਖਵਾਉਂਦੇ ਹੋ, ਕਿੱਥੋਂ ਨਾ ਕਿੱਥੋਂ ਇੰਤਜ਼ਾਮ ਕਰਕੇ ਰੋਟੀ ਖਵਾਉਂਦੇ ਹੋ। ਤੇ ਇਹ ਇਸ ਘਰ ਦੇ ਕੁੱਤੇ ਵੀ ਬਣ ਜਾਓਗੇ ਤਾਂ ਵੀ ਕੋਈ ਗੱਲ ਨਹੀਂ ਹੈਗੀ। ਤੇ ਇੱਥੇ ਤੇ ਗੁਰੂ ਕਹਿਣ ਲੱਗਾ, ਗੁਰੂ ਤੇ ਇਹ ਕਹਿੰਦਾ ਕਿ ਤੁਸੀਂ ਮੇਰੇ ਬੱਚੇ ਹੈਗੇ ਹੋ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਆਗਿਆ ਇਹ ਕੀਨੀ, ਬਾਲਕ ਮੁਖ ਮੰਗੇ ਸੋ ਦੇਣਾ। ਜਦੋਂ ਬਾਲਕ ਆਇਆ ਨਾ ਰੋਂਦਾ ਹੋਇਆ ਇੱਥੇ, ਤੇ ਹੱਥ ਜੋੜੇ ਉਹਨੇ, ਤੇ ਉਹਨੇ ਪੁੱਛਿਆ ਵੀ ਇਹ ਕਿਉਂ ਰੋਂਦਾ ਹੈ। ਕਿਹਨੇ ਪੁੱਛਿਆ, ਗੁਰੂ ਰਾਮਦਾਸ ਜੀ ਨੇ। ਕੀ ਪੁੱਛਿਆ, ਇਹ ਕਿਉਂ ਰੋਂਦਾ ਹੈ। ਉਹਨੇ ਪੁੱਛਿਆ ਜੀ ਕੁਝ ਮੰਗਦਾ ਹੈ, ਕਹਿੰਦਾ ਦਿਓ ਇਹਨੂੰ, ਦਿਓ। ਜਦੋਂ ਬੱਚਾ ਰੋਂਦਾ ਤੇ ਪੁੱਛਦੇ ਨਹੀਂ ਵੱਡੇ ਘਰ ਦੇ ਮਾਂ ਨੂੰ ਵੀ ਕਿਉਂ ਰੋਂਦਾ ਹੈ, ਤੇ ਉਹਨੇ ਕਿਹਾ ਵੀ ਇਹ ਬੱਚਾ ਦੁੱਧ ਮੰਗਦਾ ਜਾਂ ਫਲਾਣੀ ਚੀਜ਼ ਮੰਗਦਾ ਹੈ, ਤੇ ਉਹ ਵੱਡਾ ਕਹਿੰਦਾ ਦਿਓ ਇਹਨੂੰ ਲਿਆ ਕੇ, ਕੀ ਕਿਉਂ ਰੋਂਦੇ ਹੁੰਦੇ ਹੋ। ਐਵੇਂ ਤੁਹਾਡਾ ਗੁਰੂ ਸਮਰੱਥ ਹੈ। ਇੱਥੇ ਤੇ ਤੁਸੀਂ ਜੋ ਮੰਗੇ ठाकुर अपने ते बस शर्त सिर्फ इधर बिन्नी है कि हर जन राखे गुरु गोविंद, ओ होवे केवल हर जन, केवल होवे हर जन। ਉਹਦਾ ਸਿਰਫ ਇੱਕੋ ਗੱਲ ਕਹੀ ਹਮੇਸ਼ਾ, ਤੂੰ ਭਰਾਵਾ ਮੇਰੀ ਮੰਨ ਲੈ, ਮੈਂ ਤੇਰੀ ਮੰਨ ਲੈਣਾ। ਸਿੱਧੀ ਜੀ ਗੱਲ ਹੈ। ਜਦ ਤੁਸੀਂ ਆ ਕੇ ਅਰਦਾਸ ਕਰਦੇ ਹੋ, ਕਹਿੰਦੇ ਤੂੰ ਮੇਰੀ ਮੰਨ ਲੈ, ਮੈਂ ਤੇਰੀ ਮੰਨ ਲੈਣਾ। ਇੱਥੇ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਜੋ ਵੀ ਤੁਸੀਂ ਦਿਓਗੇ ਉਹੀ ਲੈ ਲਓਗੇ। ਜੋ ਤੁਸੀਂ ਭਾਵਨਾ ਦਿਓਗੇ ਤੇ ਭਾਵਨਾ ਲੈ ਲਓਗੇ। ਤੁਸੀਂ ਮੱਥਾ ਟੇਕੋਗੇ ਤੇ ਅਸੀਸ ਲੈ ਲਓਗੇ। ਤੁਸੀਂ ਉਹਨੂੰ ਪਿਤਾ ਕਹੋਗੇ ਤੇ ਤੁਹਾਨੂੰ ਪੁੱਤਰ ਕਹਿੰਦਾ ਹੈ। ਖੂਹ ਵਿੱਚੋਂ ਜਿਹੋ ਜਿਹੀ ਆਵਾਜ਼ ਮਾਰੋ ਉਹੋ ਜਿਹੀ ਆਵਾਜ਼ ਵਾਪਸ ਆਉਂਦੀ ਹੈ ਨਾ। ਇਹ ਵੀ ਬਚਨ ਹੈ ਗੁਰੂ ਸਾਹਿਬ ਦਾ ਹੀ। ਜਦੋਂ ਅਸੀਂ ਪੜ੍ਹਦੇ ਹਾਂ, ਦਿੱਤਾ ਲਈਏ ਆਪਣਾ, ਅੰਨ ਦਿੱਤਿਆਂ ਕਿਛ ਹੱਥ ਨਾ ਆਵੇ। ਜਿਹੜਾ ਉਹ ਸ਼ਬਦ ਪੜ੍ਹਦੇ ਹੋ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਥਾਲ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਹੁਣ ਜੋਤ ਵਾਲੇ ਇਹ ਧਿਆਨ ਨਾ ਕਰਨਾ ਕਿ ਉਹ ਜੋਤ ਜਗ ਰਹੀ ਹੈ ਕੋਈ ਦੇਸੀ ਘਿਓ ਦੀ, ਉਹ ਜੋਤ ਦਾ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ। ਜੋਤ ਹੈਗੀ ਗਿਆਨ ਦੀ, ਜੋਤ ਹੈਗੀ ਸ਼ਬਦ ਦੀ। ਹਮੇਸ਼ਾ ਗੁਰੂ ਘਰ ਵਿੱਚ ਇੱਕੋ ਚੀਜ਼ ਪ੍ਰਧਾਨ ਹੈ, ਉਹ ਹੈ ਸ਼ਬਦ, ਉਹ ਹੈ ਗਿਆਨ। ਅਗਰ ਤੁਸੀਂ ਗਿਆਨ ਵਿੱਚ ਆਉਂਦੇ ਹੋ, ਸ਼ਬਦ ਦੀ ਰੋਸ਼ਨੀ ਵਿੱਚ ਆਉਂਦੇ ਹੋ, ਅਗਰ ਤੁਹਾਨੂੰ ਗੁਰੂ ਗਿਆਨ ਕਰਵਾ ਦਿੰਦਾ ਤੇ ਉਹੀ ਜੋਤ ਜਗ ਰਹੀ ਹੈ, ਸਮਝ ਲਓ। ਇਹ ਜੋਤਾਂ ਤੇ ਹੁਣ ਜਗਾਵਾਂਗੇ 2 ਘੰਟੇ ਨੂੰ, ਸ਼ਾਮ ਨੂੰ, ਸਵੇਰ ਨੂੰ ਬੁੱਝ ਜਾਣਗੀਆਂ। ਉਹ ਇੱਕ ਐਸੀ ਜੋਤ ਹੈ, ਪ੍ਰਚੰਡ ਜੋਤ, ਜਿਹੜੀ ਕਦੀ ਬੁਝਦੀ ਨਹੀਂ। ਇੱਕ ਵਾਰ ਜਲ ਗਈ ਤੇ ਕਦੀ ਬੁਝਣੀ ਨਹੀਂ। ਗੁਰੂ ਕਿਰਪਾ ਕਰੇ। ਅੱਜ ਬਾਬਾ ਬੁੱਢਾ ਜੀ ਦਾ ਵੀ ਹੋਣੀ ਵੀਰ ਜੀ ਕਹਿ ਰਹੇ ਸੀ, ਬਾਬਾ ਬੁੱਢਾ ਜੀ ਦਾ ਵੀ ਜਨਮ ਦਿਨ ਹੈਗਾ। 126 ਸਾਲ ਦੀ ਆਰਜਾ ਸੀ। ਬਹੁਤ ਛੋਟੇ ਸੀ, 5-7 ਸਾਲ ਦੇ। ਕੋਈ 7 ਲਿਖਦਾ, ਕੋਈ 9 ਲਿਖਦਾ, ਕੋਈ 8 ਲਿਖਦਾ, ਹਾਰਡਲੀ ਮੈਟਰਸ। ਉਹ ਬਹੁਤ ਛੋਟੇ ਸੀ ਜਦੋਂ ਗੁਰੂ ਘਰ ਦੀ ਲਗਨ ਲੱਗ ਗਈ, ਪ੍ਰੇਮ ਹੋ ਗਿਆ। ਬਹੁਤ ਲੰਬਾ ਸਮਾਂ ਨਹੀਂ ਹੈ ਮੇਰੇ ਕੋਲ। ਤੇ ਉਹ ਉਸ ਵੇਲੇ ਤੋਂ ਲੈ ਕੇ 126 ਸਾਲ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ। 126 ਸਾਲ ਦੀ ਉਮਰ ਸੀਗੀ। 6 ਪਾਤਸ਼ਾਹੀਆਂ ਨੂੰ ਆਪਣੀ ਹੱਥੀ ਤਿਲਕ ਲਗਾ ਕੇ ਉਹਨਾਂ ਨੇ ਗੁਰਗੱਦੀ ਤੇ ਬਿਠਾਇਆ। ਔਰ ਪਹਿਲੇ ਗੁਰੂ ਘਰ ਦੇ
कौन सी? हेड ग्रंथी साहब बाबा बुड्ढा जी। कितना मान सत्कार, कितना जदों पहला प्रकाश होया हरमंदर साहब विखे ते उस वेले बाबा बुड्ढा जी नूं उन्होंने कहा भी तुसी सिर ते गुरु ग्रंथ साहब महाराज दा स्वरूप चुको। वो लैके गए पिछों चौर साहब करते गए गुरु अर्जन देव महाराज। वो समा देखो किहो जिहा समा होएगा। अज भी साडे ग्रंथी ने, अज भी प्रबंधक ने, अज असीं लोग भी हैगे आ ते वो समा किहो जिहा होएगा, किन्नी पवित्रता उस वेले होएगी उस समय दे विच। सिर्फ फर्क इन्ना है कि वो बाणी नाल जुड़े ने, असीं बाणी तो टुटे होए। बस सिर्फ इन्नी गल है, होर कोई ऐसा मसला नहीं है जो हल नहीं हो सकता। वही जपजी साहब जब बाबा बुड्ढा जी पढ़ते सी, वही जपजी साहब अज भी है, सेम जपजी साहब। जपजी साहब में तो फर्क नहीं पिया, फिर फर्क किथे पै गया? साडे विच फर्क पै गया, साडे पढ़न विच फर्क पै गया, साडी प्रीत विच फर्क पै गया। वही बाणी जिहड़ी बाणी उत्थे प्रकाशमान, उस वेले भी हुक्मनामा आया सी संतां के कारज आप करोया। अज भी हुक्मनामा वही आंदा, जदों आंदा है कि असीं उस हुक्मनामे नूं किस तरह वेखदे हां, साडा एंगल की है वेखण दा, नजरिया की है। सिर्फ इन्नी गल है, एक बेनती करके, एक बड़ी साइंटिफिक जी गल है। मेरा समा हो गया, 2 मिनट लवांगा। जो तुसी एनर्जी जिथे देंदे हो ना, अपनी एनर्जी किथे लगांदे हो, जिथे भी एनर्जी लगांदे हो, समा लगांदे हो, विचार लगांदे हो, तुहानूं उत्थों रिजल्ट मिलता है। हुण तुसी देख लो कि तुसी अपनी एनर्जी किथे लगा रहे हो। पैसा कमाने लगा रहे हो, पैसा मिल जाएगा। बच्चे पढ़ाई करते हैं, पढ़ाई अच्छी हो जाती है। ਜਿਹੜੇ ਪਾਸੇ એનર્ਜੀ लगाओगे, ਤੁਸੀਂ ਇਹ ਜ਼ਰੂਰੀ ਨਹੀਂ ਕਿ ਸਾਰਾ ਦਿਨ ਗੁਰਦੁਆਰੇ ਆ ਕੇ ਬੈਠਣਾ ਹੈ। ਤੁਸੀਂ ਆਏ ਘੰਟਾ 2 ਘੰਟੇ 3 ਘੰਟੇ ਤੁਸੀਂ ਬੈਠੇ, ਸ਼ਾਮੀ ਆਏ, ਜੋ ਤੁਹਾਡੇ ਕੋਲ ਸਮਾਂ ਹੁੰਦਾ ਬਹੁਤ ਵਧੀਆ ਹੈ। ਅਗਰ ਤੁਸੀਂ ਕਿਸੇ ਵੇਲੇ ਗੁਰਦੁਆਰਾ ਸਾਹਿਬ ਨਹੀਂ ਵੀ ਆ ਸਕਦੇ, ਮਜਬੂਰੀ ਕਰਕੇ, ਇਹ ਨਹੀਂ ਕਿ ਹੁਣ ਜਾਣ ਕੇ ਆਣਾ ਛੋੜ ਦੋ, ਮਜਬੂਰੀ ਕਰਕੇ ਨਹੀਂ ਵੀ ਆ ਸਕਦੇ, ਤੁਸੀਂ ਘਰ ਬੈਠ ਕੇ ਵੀ 24 ਘੰਟੇ ਸੰਗਤ ਕਰ ਸਕਦੇ ਹੋ। ਤੁਸੀਂ ਘਰ ਵਿੱਚ ਰੋਟੀਆਂ ਪਕਾਉਂਦੇ ਸੰਗਤ ਕਰ ਸਕਦੇ ਹੋ, ਤੁਸੀਂ ਘਰ ਵਿੱਚ ਦੁਕਾਨ ਤੇ ਕਾਰੋਬਾਰ ਕਰਦਿਆਂ ਸੰਗਤ ਵਿੱਚ ਬੈਠ ਸਕਦੇ ਹੋ, ਤੁਸੀਂ ਦੁਕਾਨ ਤੇ ਬੈਠਿਆਂ ਵੀ ਗੁਰਦੁਆਰੇ ਬੈਠ ਸਕਦੇ ਹੋ, ਔਰ ਗੁਰਦੁਆਰੇ ਬੈਠਿਆਂ ਵੀ ਦੁਕਾਨ ਤੇ ਬੈਠ ਸਕਦੇ ਹੋ ਸਕਦਾ ਤੁਹਾਡੇ ਚੋਂ ਇਸ ਵੇਲੇ ਕਈ ਗੁਰਦੁਆਰੇ ਬੈਠੇ ਹੋਣ ਤੇ ਦੁਕਾਨ ਤੇ ਬੈਠੇ ਹੋਣ ਜਾਂ ਘਰ ਬੈਠੇ ਹੋਣ, ਤੇ ਉਹ ਹਾਜ਼ਰੀ ਪ੍ਰਵਾਨ ਨਹੀਂ ਹੋਏਗੀ। ਧਿਆਨ ਰੱਖਣਾ, ਕਿਉਂਕਿ ਇੱਥੇ ਮਨ ਦੀ ਹਾਜ਼ਰੀ ਹੈ, ਇੱਥੇ ਵਿਚਾਰ ਹਾਜ਼ਰ ਹੋਣੇ ਚਾਹੀਦੇ ਹੋ। ਤੁਸੀਂ ਅਗਰ ਤੁਸੀਂ ਗੁਰੂ ਸਾਹਿਬ ਦੇ ਕੋਲ ਆਏ ਹੋ, ਇਹਦਾ ਮਤਲਬ ਹੈ ਗੁਰੂ ਮਨ ਦੀ ਹਾਜ਼ਰੀ ਪ੍ਰਵਾਨ ਕਰਦਾ। ਸਰੀਰ ਕਰਕੇ ਤੇ ਇੱਥੇ ਬਹੁਤ ਆਏ, ਬਤੇਰੇ ਆਏ ਤੇ ਬਤੇਰੇ ਚਲੇ ਗਏ। ਸਰੀਰ ਦੀ ਗੱਲ ਨਹੀਂ ਹੈਗੀ, ਸਰੀਰ ਕਰਕੇ ਤੇ ਜਿਨ੍ਹਾਂ ਨੇ, ਮੈਨੂੰ ਦੱਸੋ ਤੁਸੀਂ ਅਗਰ ਹਾਜ਼ਰੀ ਕਹਿੰਦੇ ਹੋ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਜੰਗ ਕੀਤੀ, ਉਹ ਵੀ ਤੇ ਸਰੀਰ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਬੈਠੇ ਹੋਣਗੇ, ਜੰਗ ਕਰ ਰਹੇ ਨੇ, ਲੇਕਿਨ ਹੈ ਤੇ ਗੁਰੂ ਸਾਹਿਬ ਦੇ ਹਾਜ਼ਰੀ ਵਿੱਚ ਨੇ ਨਾ, ਤੇ ਕੀ ਉਹਨਾਂ ਦੀ ਹਾਜ਼ਰੀ ਪ੍ਰਵਾਨ ਹੋ ਜਾਏਗੀ? ਜੇ ਮਨ ਕਰਕੇ ਤੁਸੀਂ ਵਿਰਾਜਮਾਨ ਹੋ ਇੱਥੇ, ਤੇ ਮਨ ਕਰਕੇ ਤੁਸੀਂ ਪ੍ਰੇਮ ਨਾਲ ਗੋਬਿੰਦ ਪਾਓ ਭਗਤ ਕਾ ਭੁੱਖਾ। ਉਹਦੀ ਭੁੱਖ ਕੀ ਹੈ, ਉਹਨੂੰ ਅਰਪਣ ਕੀ ਕਰਨਾ ਹੈ। ਉਹਨਾਂ ਨੇ ਕੋਈ ਤੁਹਾਡੇ ਲੰਗਰ ਨਹੀਂ ਖਾਣੇ, ਉਹਨਾਂ ਦੀ ਵੀ ਭੁੱਖ ਹੈ, ਲੇਕਿਨ ਇਹ ਲੰਗਰ ਨਹੀਂ ਤੁਸੀਂ ਹੁਣ ਅਸੀਂ ਖਾਵਾਂਗੇ, ਭਾਵੇਂ ਜੋ ਵੀ ਬਣਿਆ ਦਾਲਾ ਪ੍ਰਸ਼ਾਦਾ ਜੋ ਵੀ ਬਣਿਆ ਮਨ ਨਹੀਂ ਪਤਾ, ਤੇ ਉਹ ਅਸੀਂ ਖਾਵਾਂਗੇ, ਲੇਕਿਨ ਉਹਨਾਂ ਨੇ ਸ਼ਬਦ ਕੋਈ ਰੋਟੀ ਥੋੜੀ ਖਾਂਦਾ ਹੈ, ਇਹ ਖਾਂਦਾ ਹੈ? ਦੱਸੋ, ਕੋਈ ਡਾਊਟ ਨਹੀਂ ਕਿਸੇ ਨੂੰ? ਕੋਈ ਕਈ ਵਾਰ ਨਹੀਂ, ਉਹ ਭੋਗ ਲਗਾਣਾ ਆਖੋ ਤੇ ਭੋਗ ਲਗਾਉਂਦੇ ਨੇ ਗੁਰੂ ਸਾਹਿਬ, ਤੁਸੀਂ ਰੱਖ ਦੋ ਤੇ ਉਹ ਦੇ ਖਤਮ ਹੋ ਜਾਏਗੀ ਉੱਥੇ ਪਈ। ਯਾਰ ਸਮਝੋ ਗੱਲ ਨੂੰ ਨਾ, ਸ਼ਬਦ ਥੋੜੀ ਰੋਟੀ ਖਾਏਗਾ। ਉੱਥੇ ਤੁਸੀਂ ਲਿਖ ਵੀ ਰਹੇ ਹੋ ਨਿਰਾਹਾਰ, ਹੁਣੇ ਪੜ੍ਹ ਕੇ ਹਟਿਓ। ਨਿਰਾਹਾਰ ਕੀ ਮਤਲਬ? ਸਿਰਫ ਇੰਨਾ ਹੀ ਪੜ੍ਹੋ, ਨਿਰਾਹਾਰ ਪੰਕਤੀ ਪੂਰੀ ਹੈ, ਨਿਰਵੈਰ ਤੇ ਸੁਖਦਾਈ ਹੈ, 3 ਗੱਲਾਂ ਲਿਖੀਆਂ ਨੇ। ਨਿਰਾਹਾਰ ਦਾ ਕੀ ਮਤਲਬ? ਜੋ ਕੋਈ ਆਹਾਰ ਨਹੀਂ ਖਾਂਦਾ, ਜਿਹਦਾ ਆਹਾਰ ਹੀ ਕੋਈ ਨਹੀਂ ਹੈਗਾ। ਹਾਂ, ਲੇਕਿਨ ਆਹਾਰ ਇਹ ਭੁੱਖ ਜ਼ਰੂਰ ਲੱਗਦੀ ਹੈ ਕਿ ਉਹ ਅਗਰ ਅਸੀਂ ਪ੍ਰੇਮ ਕਰਦੇ ਹਾਂ ਤੇ ਉਹਨੂੰ ਪ੍ਰੇਮ ਦੀ ਭੁੱਖ ਹੈ। ਸਾਡੇ ਪ੍ਰੇਮ ਦੀ ਭੁੱਖ ਹੈਗੀ ਗੋਬਿੰਦ ਭਾਉ ਭਗਤ ਕਾ ਭੁੱਖਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਉੱਤੇ ਕਿਰਪਾ ਕਰੇ, ਸਭ ਨੂੰ ਸਾਨੂੰ ਸਮਤ ਬਖਸ਼ੇ, ਸਭ ਨੂੰ ਸਾਨੂੰ ਚੜ੍ਹਦੀ ਕਲਾ ਬਖਸ਼ੇ। ਅਸੀਂ ਵੀ ਕਦੀ ਇਹ ਆਸ ਕਰੀਏ ਸਾਡਾ ਵੀ ਜੀਵਨ ਬਾਬਾ ਬੁੱਢਾ ਜੀ ਵਰਗਾ ਹੋ ਸਕੇ। ਸਤਿਗੁਰ ਮਿਹਰ ਕਰੇ। ਔਰ ਹੋ ਸਕਦਾ ਕਿਉਂਕਿ ਗੁਰੂ ਨੇ ਕਰਨਾ, ਗੁਰੂ ਸਮਰੱਥ ਹੈ। ਸਾਡੇ ਸਮਰੱਥਾ ਤੇ ਡਾਊਟ ਹੋ ਸਕਦਾ ਹੈ, ਗੁਰੂ ਦੀ ਸਮਰੱਥਾ ਉੱਤੇ ਡਾਊਟ ਨਹੀਂ ਹੈ। ਬਸ ਸਿਰਫ ਇਹ ਹੈ ਕਿ ਅਸੀਂ ਚਾਹੀਏ ਕਿ ਅਸੀਂ ਉਹਦੇ ਹੋ ਸਕੀਏ, ਸਾਡੀ ਚਾਹਤ ਉਹ ਜੀ ਹੋਵੇ, ਤੇ ਜੋ ਚਾਹਾਂਗੇ ਉਹੀ ਸਾਨੂੰ ਗੁਰੂ ਪ੍ਰਦਾਨ ਕਰਦਾ ਹੈ। ਬੇਅੰਤ ਭੁੱਲਾਂ ਚੁੱਕਾਂ ਇਹ ਸੇਵਾ ਕਰਦਿਆਂ ਹੋ ਗਈਆਂ ਹੋਣਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜੋ ਆਪਣੇ ਬਾਰਗਾਹ ਵਿੱਚ ਬੁਲਾ ਕੇ ਸੇਵਾ ਕਰਵਾ ਲੈਂਦੇ ਨੇ। ਜਦੋਂ ਵੀ ਇੱਥੇ ਸਿਰ ਰੱਖੋ, ਇਹ ਧਿਆਨ ਰੱਖਣਾ ਤੁਹਾਡੀ ਮਸਤਕ ਦੀਆਂ ਰੇਖਾਵਾਂ ਬਦਲਦੀਆਂ ਨੇ, ਤੁਹਾਡੇ ਹੱਥ ਦੀਆਂ ਰੇਖਾਵਾਂ ਬਦਲਦੀਆਂ ਨੇ। ਗੁਰੂ ਤੁਹਾਡੇ ਸਿਰ ਤੇ ਹੱਥ ਰੱਖਦਾ ਹੈ, ਲੇਕਿਨ ਤਾਂ ਹੀ ਇਹ ਜਦੋਂ ਇਹ ਸਿਰ ਕਿਤੇ ਹੋਰ ਨਾ ਚੁੱਕਿਆ ਹੋਵੇ, ਕੇਵਲ ਗੁਰੂ ਗ੍ਰੰਥ ਸਾਹਿਬ ਤੇ ਚੁੱਕਿਆ ਹੋਵੇ। ਅਸੀਸ ਬਖਸ਼ੋ, ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।